ਪਾਤਸ਼ਾਹ ਮਿਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਅਸਥਾਨ 'ਤੇ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ ਗੋਰੇ ਇਤਿਹਾਸ ਦੀ ਲੜੀ ਨਾਲ ਬੜੀ ਸ਼ਰਧਾ ਭਾਵਨਾ ਕਰਕੇ ਆਪ ਜੀ ਜੁੜੇ ਹੋ। ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ ਅਰਜ਼ੋਈ ਬੇਨਤੀ ਕਰੀਏ, ਚੌਧਰੀ ਕਰੀਏ, ਆਪਣਾ ਧਰਮ ਜ਼ਰੂਰ ਨਿਭਾਓ। ਸਦਾ ਹਰ ਸਵਾਸ ਬਹਿੰਦਿਆਂ ਉੱਠਦਿਆਂ ਸੌਂਦਿਆਂ ਜਾਗਦਿਆਂ ਸਾਰੀ ਮਾਨਵਤਾ ਵਾਸਤੇ ਸਰਬੱਤ ਦਾ ਭਲਾ ਮੰਗਣਾ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਮਹਾਰਾਜ ਸਾਰਿਆਂ ਦੇ ਦੁੱਖ ਨਿਵਰਤ ਕਰਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ, ਮਹਾਰਾਜ ਸਾਡੇ ਕਰਮ ਨਾ ਵਿਚਾਰੋ, ਸਾਡੀਆਂ ਅਵੱਗਿਆਵਾਂ ਜਿਹੜੀਆਂ ਕੁਤਾਈਆਂ ਇਨਸਾਨ ਕੁਦਰਤ ਦੇ ਨਾਲ ਵੀ ਕਰ ਰਿਹਾ, ਸਾਨੂੰ ਸੋਝੀ ਸਮੱਤ ਵੀ ਦਿਓ ਪਾਤਸ਼ਾਹ, ਸਭ ਦਾ ਭਲਾ ਵੀ ਕਰੋ। ਉੱਥੇ ਨਾਲ ਹੀ ਬੇਨਤੀ ਕਰੀਏ, ਮਾਨਸ ਚਿੱਤ ਕਰਕੇ ਜੋ ਸੜਕਾਂ 'ਤੇ ਬੈਠੇ ਅੱਧੇ ਵਰ੍ਹੇ ਤੋਂ ਦੁੱਖ ਚੱਲ ਰਹੇ ਹਨ, ਉਹਨਾਂ ਮਿਹਨਤ ਕਸ਼ਾਂ ਵਾਸਤੇ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ਣ। ਹਾਜ਼ਰੀ ਲਵਾਓ, ਦੋ ਪਲ ਜੁੜੋ, ਮਨ ਚਿੱਤ ਕਰਕੇ ਜਪੋ ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ। ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਕਲਗੀਧਰ ਪਾਤਸ਼ਾਹ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੁਗਲ ਹਾਕਮਾਂ ਦੀਆਂ ਫਰਿਆਦਾਂ, ਪਹਾੜੀ ਰਾਜਿਆਂ ਦੀਆਂ ਰਜੋਈਆਂ ਸੁਣ ਕੇ, ਇਹ ਸਭ ਤੋਂ ਵੱਡੀ ਗੱਲ ਕਿ ਧਰਮ ਦਾ ਵਾਸਤਾ ਜੋ ਕੁਰਾਨ ਮਜੀਦ ਸੈਯਦ ਸਿਰ 'ਤੇ ਚੁੱਕ ਕੇ ਲਿਆਇਆ, ਸਿਰ 'ਤੇ ਚੁੱਕੀ ਆਉਂਦਾ ਹੈ ਪ੍ਰੋਹਤ, ਥਾਲੀ ਵਿੱਚ ਸਾਲਗ੍ਰਾਮ ਗਊ ਦਾ ਬਿੰਬ ਬਣਿਆ, ਮੂਰਤ ਬਣਾਈ। ਸੋ ਇਹ ਚੀਜ਼ਾਂ ਮੋਹਰੇ ਕਰਕੇ, ਸਨਮੁਖ ਕਰਕੇ ਸਤਿਗੁਰਾਂ ਨੂੰ ਕਿਹਾ, ਮਹਾਰਾਜ ਜੀ ਸਾਡੇ 'ਤੇ ਨਹੀਂ, ਇਹਨਾਂ 'ਤੇ ਯਕੀਨ ਕਰੋ, ਸਾਡੀ ਪੱਤ ਨਹੀਂ, ਇਹਨਾਂ ਦੀ ਪੱਤ ਰੱਖੋ, ਅਨੰਦਪੁਰ ਸਾਹਿਬ ਛੱਡ ਦਿਓ। ਗੁਰਦੇਵ ਜੀ ਨੇ ਫੈਸਲਾ ਕੀਤਾ 6 ਪੋਹ ਦੀ ਸ਼ਾਮ ਨੂੰ। ਮੈਂ ਫਿਰ ਅਰਜ਼ ਕਰ ਰਿਹਾ ਕਿ ਮੁਕਾਮ ਛੱਡਿਆ ਜਾ ਰਿਹਾ, ਜੰਗ ਨਹੀਂ ਛੱਡੀ ਜਾ ਰਹੀ। ਇਹ ਦੋਨਾਂ 'ਚ ਫਰਕ ਸਮਝ ਲੈਣਾ। ਟਿਕਾਣਾ ਛੱਡਿਆ ਜਾ ਰਿਹਾ, ਜਗ੍ਹਾ ਛੱਡੀ ਜਾ ਰਹੀ ਹੈ। ਕਿਲਾ ਛੱਡਿਆ ਜਾ ਸਕਦਾ, ਮੋਰਚਾ ਛੱਡਿਆ ਜਾ ਸਕਦਾ। ਮੋਰਚਾ ਛੱਡਣਾ ਹੋਰ ਚੀਜ਼ ਹੁੰਦੀ ਹੈ, ਜੰਗ ਛੱਡਣੀ ਹੋਰ ਚੀਜ਼ ਹੁੰਦੀ ਹੈ। ਕੀਮਤੀ ਵਸਤਾਂ ਸੁੱਟੀਆਂ ਨੇ, ਹਥਿਆਰ ਨਹੀਂ ਸੁੱਟੇ। ਸਿੰਘਾਂ ਨੂੰ ਹੁਕਮ ਕੀਤਾ ਜਿੰਨੇ ਜਿੰਨੇ ਸ਼ਸਤਰ ਚੁੱਕ ਸਕਦੇ ਹੋ, ਜਿੰਨਾ ਜਿੰਨਾ ਭਾਰ ਸ਼ਸਤਰ ਧਰੇ, ਸਿਰ ਲੀਨਸ ਧਾਰ, ਜਿਸ ਕੋ ਸ਼ਕਤ ਉਠਾਵਨ ਕੇਰੀ, ਸੋ ਤਿਨ ਸੀਸ ਧਰੀ ਤਿਸ ਬੇਰੀ। ਜਿੰਨੀ ਜਿੰਨੀ ਸਮਰਥਾ ਸੀ ਉਹਨੇ ਉਹਨੇ ਸ਼ਸਤਰ ਚੁੱਕ ਲਏ ਸਿੰਘਾਂ ਨੇ।
क्योंकि जंग निरंतर जारी है, ना जुल्म खत्म होया, ना सिखां दा सिरड़ खत्म हो सकता। तो शस्त्र संभाले। सच्चे पातशाह जी ने कहा भी तैयारी करो भाई, श्री मुख ते तब हुक्म बखाना, करै कितर बहीर पियाना। सारिਆਂ ਨੂੰ ਇਕੱਠਿਆਂ कर लो। इत्थों तक विचार सुनी सी। 6 पोह 1704 की रात संध्या का वेला, सतगुरु जी ने कहा अज रात असीं कूच करांगे। तैयारी इदां दी है कि शस्त्र संभाले गए आ, खच्चरां लद्दियां गईयां तीरां दियां, उन्हां दे उत्ते छट्टां लद्दियां होईयां, और मना मूंह जिहड़ा असला बरूद तीर सी गोली सिक्का सी सब कुछ संभालिया गया साध संगत, क्योंकि जुल्म दे नाल जंग निरंतर जारी सी। तो गुरु पातशाह हजूर ने ਸਿੰਘਾਂ ਨੂੰ कहा भी वहीर ਨੂੰ इकट्ठियां करो काफले ਨੂੰ। इस तो अगे विचार की लड़ी आरंभ हो रही है। रजोई करिए महाराज सुमत सोझी बख्शन, आप संगत असीस दिओ, प्यार विच जुड़ के जपो जी धन श्री गुरु ग्रंथ साहिब। फिर सिमरो जी धन श्री गुरु ग्रंथ साहिब महाराज जी। सुन आइस को नर चल परे, सुन आयस को नर चल परे। आग्या सुन के सारे इकट्ठे हो गए जी। गुरु साहब जी का हुक्म गया, सारिਆਂ ਨੂੰ इकट्ठर होने ਲਈ किया, ਤੇ ਜਿੱਥੇ ਜਿੱਥੇ ਸਨ ਸਾਰੇ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਗਏ। ਦੁਰਗ ਵਹਿਰ ਨਿਕਸੇ ਦੁਖ ਭਰੇ। ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਨੇ ਤਰਤੀਬ ਦਿੱਤੀ ਜੀ ਕਾਫਲੇ ਨੂੰ, ਤੇ ਉਸ ਤਰਤੀਬ ਦੇ ਵਿੱਚ ਮੈਂ ਫਿਰ ਬੇਨਤੀ ਕਰ ਰਿਹਾ ਕਿ ਵਾਹੋ ਦਾਹੀ ਅੱਬੜ ਵਾਏ ਨਹੀਂ ਉੱਠ ਕੇ ਭੱਜੇ। ਇੱਕ ਤੇ ਸ਼ਸਤਰ ਸੰਭਾਲ ਕੇ, ਜੰਗ ਨਿਰੰਤਰ ਜਾਰੀ ਹੈ, ਜੰਗ ਬਾਹਰ ਵੀ ਹੋਣੀ ਹੈ, ਕਿਲੇ ਦੇ ਅੰਦਰ ਵੀ ਸੀ। दूजा पूरे जाबते विच ने, संजम विच ने, एक मर्यादा दे विच ने। काफले नूं कल्ले कल्ले शरीर नूं, सारे काफले नूं एक निजमत रूप विच महाराज ने तोरिया जी। तो सब हुक्म दे अंदर जिद्दां जिद्दां सतगुरु जी ने तरतीबबद्ध इस काफले नूं तोरन दा हुक्म कीता, उदां सारियां ने तुरन दी तैयारी कीती। पूरब दिश को मुख कर चले। सो साध संगत पूर्व वाले पासे नूं, बाही नूं, बाहर नूं निकलना शुरू कीता। को आगे को पाछे मिले। तो एकदम इकट्ठा झुंड नहीं निकलिया जी। वेखो जदों झुंड रूप विच निकलदे ना, उदों वड्डा नुकसान होने का खतरा है। तो ये भी जंगी नुकता निगाह तो एक बड़ी दूर अंदेशी सी कि लंबी कतार के रूप में तुरना है, झुंड बना के नहीं तुरना। इसलिए को आग्या को पीछे मिले, झुंड बना के नहीं तुरना, लंबी कतार के रूप में तुरना है। ये कुछ पॉइंट ने बड़ी जरूरी है, तुसीं चेते च रखो। किले नूं सतगुरु जी ने, आनंदपुर साहब नूं सच्चे पातशाह जी ने ना तो किसी मजबूरी में छड्डिया ते ना ही किसी धोखे के अधीन छड्डिया। गुरुदेव जी ने दूसरिਆਂ ਦੇ ਧਰਮ ਚਿੰਨ੍ਹਾਂ ਦਾ ਸਨਮਾਨ ਕਾਇਮ ਰੱਖਦਿਆਂ ਹੋਇਆਂ, ਕੁਰਾਨੇ ਪਾਕ ਅਤੇ ਹਿੰਦੂ ਧਰਮ ਦੇ ਚਿੰਨ੍ਹਾਂ ਨੂੰ ਸਵੀਕਾਰਦਿਆਂ ਹੋਇਆਂ, ਸਤਿਕਾਰਦਿਆਂ ਹੋਇਆਂ ਇਹ ਫੈਸਲਾ ਲਿਆ ਸੀ ਜਦੋਂ ਵਾਸਤਾ ਧਰਮ ਦਾ ਪਾਇਆ। ਦੂਸਰੀ ਗੱਲ ਕਿ ਮੈਦਾਨੇ ਜੰਗ ਵਿੱਚੋਂ ਜਾਂ ਇਸ ਕਿਲੇ ਦੇ ਵਿੱਚੋਂ ਹਥਿਆਰ ਸੁੱਟ ਕੇ ਨਹੀਂ ਜਾਇਆ ਜਾ ਰਿਹਾ। ਸਾਰੇ ਹਥਿਆਰ ਸੰਭਾਲੇ ਗਏ ਨੇ। ਇੱਕ ਇੱਕ ਸਿੰਘ ਨੇ जिन्ना जिन्ना वजन चुक सकते सी शस्त्रां दा वो चुक्या, क्योंकि निरंतर जंग चल रही है, जंग मुक्की नहीं है। तीसरी गल कि काफिले नूं एक निजमत रूप दिता गया, एक पूरे जाबते च, संजम च, पूरी मर्यादाबद्ध तरीके दे नाल महाराज ने काफिले नूं तोरिया। तो चौथी गल, झुंड बन के नहीं निकले। भी कई बार हुंदा भी किसी तकलीफ चों निकलना होवे ते दरवाजे टुट जाते हैं एकदम, भी किदां भीड़ बाहर निकलेगी, वाहो दाही दौड़ पै जाती है। नहीं साध संगत जी, ये हुंदा कि किसी जगह मुश्किल च फसिया होवे ते निकलण दी एक दूजे तो अगे वधन दी दौड़ हुंदी है। सारा काफला एक कतार दे अंदर, लंबी कतार च, झुंड च नहीं, लंबी कतार विच। जिद्दां जिवें जिवें सतगुरु जी ने आदेश किया भी बालक इस्त्रियां वो अगे होणगे, गुरु पातशाह जी ने इदां दी कुछ तरतीब दित्ती सी। जिहड़े योधे सूरमे सिंह सी
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਭਾਈ ਸਾਹਿਬ ਭਾਈ ਜੀਵਨ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਆਦਿਕ, ਕਿਉਂਕਿ ਮਹਾਰਾਜ ਨੂੰ ਪਤਾ ਸੀ ਪਿਛਲੇ ਪਾਸਿਓਂ ਹੱਲਾ ਹੋਣਾ। ਸੋ ਇਹ ਸੂਰਮੇ ਚੋਟੀ ਦੇ ਜਿਹੜੇ ਚੋਣਵੇਂ ਸਿੰਘ ਸੀ ਉਹਨਾਂ ਨੂੰ ਪਿਛਲੀ ਵੀ ਜਿਹੜੀ ਕਤਾਰ ਵਿੱਚ ਰੱਖਿਆ ਗਿਆ ਸੀ। ਇੱਦਾਂ ਸਿੱਖ ਸੰਗਤਾਂ ਦਾ, ਗੁਰਸਿੱਖਾਂ ਦਾ, ਸਿੰਘਾਂ ਦਾ ਕਾਫਲਾ ਸਤਿਗੁਰ ਜੀ ਨੇ ਬਣਾਇਆ। ਪਹਿਰ ਨਿਸਾਬੀਤੀ ਜਿਸ ਕਾਲਾ। ਸਾਧ ਸੰਗਤ, ਕਾਫਲੇ ਦੀ ਤਿਆਰੀ ਹੋ ਗਈ ਹੈ, ਤੋਰਿਆ ਨਹੀਂ ਹੈ, ਕਾਫਲਾ ਬਣਾਇਆ। ਪਹਿਰ ਕੂ ਰਾਤ, मतलब ਜਿਹਨੂੰ ਅੱਲਾ ਯਾਰ ਖਾਂ ਜੋਗੀ ਜੀ ਆਪਾਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ, ਤਾਰੋਂ ਕੇ ਛਾਂਵ ਮੇਂ ਕਿਲੇ ਸੇ ਸਤਿਗੁਰ ਰਵਾਂ ਹੋਏ। ਉਹ ਆਪਣੇ ਭਾਵੇਂ ਜਜ਼ਬਾਤਾਂ ਵਿੱਚੋਂ ਗੱਲ ਦੀ ਬਿਆਨਗੀ ਕਰਦੇ ਨੇ ਹਕੀਮ ਅੱਲਾ ਯਾਰ ਖਾਂ ਜੋਗੀ ਜੀ, ਪਰ ਲਗਭਗ ਜਿਹੜੀ ਉਹ ਲਿਖਤ ਜਿਹੜੀ ਹੈ ਉਹ ਇਤਿਹਾਸ ਦੇ ਬਹੁਤ ਨੇੜੇ ਹੈ, ਕਿਉਂਕਿ ਉਹ ਬੜੇ ਪ੍ਰੇਮ ਭਿੱਜੇ ਅਨੁਭਵ ਵਿੱਚੋਂ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕਰਦੇ। ਮੈਂ ਬੜੇ ਦਰਦ ਨਾਲ, ਪੀੜਾ ਨਾਲ ਬੇਨਤੀ ਕੀਤੀ ਸੀ ਪਿਛਲੇ ਸਮੇਂ ਦੌਰਾਨ। ਭਾਈ ਸਾਹਿਬ ਜੀ ਦੀ ਪੁਸਤਕ ਲਿਖਿਆਂ ਨੂੰ ਵੀ 300 ਸਾਲ ਹੋਏ ਸੀ ਉਦੋਂ, ਤੇ ਉਹਨਾਂ ਦੀ ਯਾਦ ਵਿੱਚ ਸਮਾਗਮ ਵੀ ਕਰਵਾਇਆ ਸੀ ਅੱਲਾ ਯਾਰ ਖਾਂ ਜੋਗੀ। ਜਿਹੜੀ ਪੁਸਤਕ ਸਾਕਾ ਸਰਹੰਦ ਦੀ ਆ ਉਹਨੂੰ 300 ਵਰ੍ਹਾ ਹੋਇਆ ਸੀ ਪੂਰਾ ਲਿਖੀ ਨੂੰ। ਸਮਾਗਮ ਵੀ ਕਰਵਾਇਆ ਸੀ ਵੱਡਾ, ਤਾਂ ਕਿ ਲੋਕਾਂ ਤੱਕ ਸੁਨੇਹਾ ਪਹੁੰਚ ਸਕੇ। ਪਰ ਸਾਡੀ ਇਹ ਬਦਕਿਸਮਤੀ ਹੈ ਕਿ ਉਸ ਪਾਕ ਨਿਰਮਲ ਗੁਰੂ ਪ੍ਰੇਮ ਵਿੱਚ ਰੱਤੀ ਹੋਈ ਔਰ ਗੁਰੂ ਤੋਂ ਬਹੁਤ ਕੁਝ ਕੁਰਬਾਨ ਕਰਨ ਵਾਲੀ ਆਤਮਾ ਦੀ ਯਾਦ ਵਿੱਚ ਅਸੀਂ ਕੋਈ ਸਥਾਈ ਯਾਦਗਾਰ ਸਥਾਪਿਤ ਨਹੀਂ ਕਰ ਸਕਦੇ। ਇਹ ਸਾਡਾ ਫਰਜ਼ ਬਣਦਾ ਸਾਧ ਸੰਗਤ ਜੀ, ਕੌਮੀ ਤੌਰ 'ਤੇ ਫਰਜ਼ ਬਣਦਾ ਕਿ ਅਸੀਂ ਉਸ ਨਿਰਮਲ ਪਵਿੱਤਰ ਰੂਹ ਅੱਲਾ ਯਾਰ ਖਾਂ ਜੋਗੀ ਜੀ ਦੀ ਯਾਦ ਵਿੱਚ ਕੋਈ ਸਮਾਰਕ, ਜਿਹਨੂੰ ਵੇਖ ਕੇ ਸਾਡੇ ਬੱਚੇ ਜਿਹੜੇ ਆ ਉਹ ਪੁੱਛ ਸਕਣ ਵੀ ਇਹ ਕਿਸ ਸ਼ਖਸੀਅਤ ਦੀ ਯਾਦ ਵਿੱਚ ਹੈ, ਜਿਨ੍ਹਾਂ ਨੇ ਦੁਨੀਆ ਦੇ ਜੰਨਤ ਦੇ ਲਾਲਚਾਂ ਨੂੰ ਠੁਕਰਾ ਕੇ ਕਿਹਾ ਸੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੇਮ ਤੋਂ ਜ਼ਿੰਦਗੀ ਦੇ ਕਰੋੜਾਂ ਜੰਨਤ ਜਿਹੜੇ ਆ ਉਹ ਕੁਰਬਾਨ ਕਰ ਸਕਦਾ। ਐਸੀ ਪਿਆਰੀ ਆਤਮਾ। ਤਾਂ ਉਹਨਾਂ ਦੀ ਲਿਖਤ ਭਾਵੇਂ ਇਤਿਹਾਸ ਨਹੀਂ ਸੀ, ਪਰ ਇਤਿਹਾਸਕ ਬਣ ਜਾਂਦੀ ਹੈ। ਤੋ ਪੈਰ ਕੂ ਰਾਤ ਉਸ ਵੇਲੇ 6 ਪੋਹ ਦੀ ਬੀਤੀ ਸੀ। ਮਾਤਾ ਤਿਆਰ ਸਮਾਜ ਸੰਭਾਲਾ। ਧੰਨ ਮਾਂ ਗੁਜਰੀ ਜੀ, ਉਹ ਵੀ ਤਿਆਰ ਹੋਏ ਹਨ ਸਾਧ ਸੰਗਤ। ਤੋ ਮਾਤਾ ਜੀ ਸਾਰਾ ਸਾਜੋ ਸਮਾਨ ਜਿਹੜਾ ਬਾਲ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਿਨ੍ਹਾਂ ਨੂੰ ਮਾਤਾ ਜੀ ਨੇ ਮਾਤਾ ਜੀਤੋ ਜੀ ਦੇ ਚਲਾਣੇ ਤੋਂ ਬਾਅਦ ਆਪਣੀ ਗੋਦੀ ਵਿੱਚ ਪਾ ਲਿਆ, ਉਹਨਾਂ ਦੀਆਂ ਵਸਤਾਂ ਜਿਹੜੀਆਂ ਚਾਹੀਦੀਆਂ ਸੀ ਉਹ ਸਾਰੀਆਂ ਸੰਭਾਲ ਲਈਆਂ। ਇੱਕ ਦੋਏ ਦਾਸ ਚੱਲੇ ਕਰ ਮੋਹਰੈ। ਮਾਤਾ ਜੀ ਦੇ ਨਾਲ ਕੁਝ ਸੇਵਕ ਸਨ ਜੀ, ਉਹ ਮੋਹਰੇ ਨਾਲ ਅਗਲੇ ਪਾਸੇ ਲੱਗ ਕੇ ਤੁਰ ਪਏ, ਜਿਨ੍ਹਾਂ ਵਿੱਚ ਜ਼ਿਕਰ ਹੁੰਦਾ ਸਾਧ ਸੰਗਤ ਕਿ ਦੁੰਨਾ ਸਿੰਘ ਹੰਡੂਰੀਆ ਜੀ ਵੀ ਉਸ ਵੇਲੇ ਨਾਲ ਨਿਕਲੇ ਸਨ। ਭਾਈ ਦੇਸਾ ਸਿੰਘ ਜੀ ਆਦਿਕ ਜਿਹੜੇ ਵਿਦਵਾਨ ਗੁਰਸਿੱਖ ਸੀ, ਸਾਹਿਬਜ਼ਾਦਿਆਂ ਦੇ ਖਿਡਾਵੇ ਵੀ ਸੀ ਤੇ ਉਹਨਾਂ ਨੂੰ ਵਿੱਦਿਆ ਵੀ ਪੜ੍ਹਾਉਂਦੇ ਸੀ ਸਾਧ ਸੰਗਤ। ਇਹ ਕੁਝ ਪਿਆਰੀਆਂ ਸ਼ਖਸੀਅਤਾਂ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਧੰਨ ਮਾਂ ਗੁਜਰੀ ਜੀ ਦੇ ਨਾਲ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਨਾਲ ਤੁਸੀਂ ਹੋਵੋਗੇ। ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ ਭਾਈ ਧੰਨਾ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਕੁਝ ਟਹਿਲਣਾ ਸਨ ਜਿਨ੍ਹਾਂ ਵਿੱਚੋਂ ਦੋਨਾਂ ਦੇ ਨਾਮ ਮਿਲਦੇ ਆ, ਬੀਬੋ ਤੇ ਭਾਗੋ। ਇਹ ਕੁਝ ਸਿੱਖਾਂ ਦੀਆਂ ਜ਼ਿੰਮੇਵਾਰੀਆਂ ਲਾਈਆਂ ਸਨ। ਤਾਂ ਮੈਂ ਬੇਨਤੀ ਕਰ ਰਿਹਾ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਕਾਫਲਾ ਤੁਰਿਆ ਉਹ ਆਪਦਾ ਵਿੱਚ ਤਾਬੜ ਤੋੜ ਨਹੀਂ ਭੱਜਿਆ ਸਾਧ ਸੰਗਤ, ਇੱਕ ਬਹੁਤ ਨਿਯਮਤ ਤਰੀਕੇ ਨਾਲ, ਮਰਿਆਦਾਬੱਧ ਤਰੀਕੇ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੁਰਦਾ ਕਾਫਲਾ। ਹਾਂ, ਜੇ ਕਿਤੇ ਵਿਛੋੜਾ ਪੈਂਦਾ ਤੇ ਉਹ ਸਰਸਾ ਦੇ ਤੱਟ ਤੇ ਆ ਕੇ, ਸਰਸਾ ਦਾ ਹੜ੍ਹ ਹੈ, ਪਿਛਲੇ ਪਾਸਿਓਂ ਦੁਸ਼ਮਣ ਦਾ ਹੱਲਾ ਹੈ, ਉਧਰੋਂ ਹੜ੍ਹ ਦੇ ਵਿੱਚ ਪਾਣੀ ਪਤਾ ਨਹੀਂ ਠਿੱਲ ਕੇ ਕਿੱਧਰੋਂ ਕਿੱਧਰ ਨੂੰ ਲੈ ਗਿਆ ਧੱਕੇ ਦੇ ਨਾਲ, ਫਿਰ ਵਿਛੋੜੇ ਦਾ ਕਾਰਨ ਬਣਦਾ। ਨਹੀਂ ਤੇ ਜਿਹੜਾ ਕਾਫਲੇ ਦਾ ਰੂਪ ਬਣਾਇਆ ਸੀ ਮਹਾਰਾਜ ਨੇ, ਉਹ ਬਹੁਤ ਸਿਸਟਮ ਦੇ ਵਿੱਚ ਸੀ, ਬੜੀ ਮਰਿਆਦਾ ਦੇ ਵਿੱਚ ਸੀ ਸਾਧ ਸੰਗਤ। ਤਾਂ ਮਾਤਾ ਜੀ ਨੇ ਸਭ ਸਿੱਖਾਂ ਸਮੇਤ ਸਾਰਾ ਸਾਜੋ ਸਮਾਨ ਤਿਆਰ ਕੀਤਾ। ਲਗ ਪੌਤਰੇ ਦੋਨੋਂ ਲੈ ਸਾਥ। ਲਗ ਮਤਲਬ ਛੋਟੇ ਛੋਟੇ ਪੁੱਤਰ। ਵੱਡੇ ਪੁੱਤਰ ਧੰਨ ਬਾਬਾ ਅਜੀਤ ਸਿੰਘ ਜੀ, ਜੁਝਾਰ ਸਿੰਘ ਜੀ, ਉਹ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਹਜ਼ੂਰ ਦੇ ਨਾਲ ਹਨ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਮਾਂ ਗੁਜਰੀ ਜੀ ਨੇ ਆਪਣੇ ਤੋਂ ਜੁਦਾ ਹੀ ਨਹੀਂ ਸੀ ਕੀਤੇ ਕਦੀ ਸਾਧ ਸੰਗਤ।
ਪੌਣੇ ਕੁ 1.5 ਪੌਣੇ 2 ਵਰਿਆਂ ਦੀ ਸਰੀਰਕ ਹਾਰਬਲਾ ਸੀ ਬਾਬਾ ਫਤਿਹ ਸਿੰਘ ਜੀ ਦੀ, ਜਦੋਂ ਧੰਨ ਮਾਤਾ ਜੀਤੋ ਜੀ ਨੇ ਸੱਚਖੰਡ ਪਿਆਨਾ ਕੀਤਾ। ਤੇ ਉਸ ਦਿਨ ਤੋਂ ਲੈ ਕੇ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਜੀ ਜਿਵੇਂ ਮਾਂ ਦੀ ਗੋਦ ਵਿੱਚ ਬਾਲ ਖੇਲਦੇ ਆ, ਇਦਾਂ ਹੀ ਦਾਦੀ ਦੀ ਗੋਦ ਵਿੱਚ ਖੇਲੇ ਸਨ ਸਾਧ ਸੰਗਤ। ਤੋ ਮਾਤਾ ਜੀ ਨੇ ਉਸ ਦਿਨ ਤੋਂ ਲੈ ਕੇ ਆਖਰੀ ਪਲ ਤੱਕ, ਜਿੱਥੇ ਸਾਰਾ ਸਰੀਰਾਂ ਦਾ ਮੁਕਾਮ ਆ ਜਾਂਦਾ ਜੀ, ਚਿਖਾ ਤੱਕ ਸ਼੍ਰੀ ਜੋਤੀ ਸਰੂਪ ਸਾਹਿਬ ਇੱਕ ਚਿਖਾ ਦੇ ਉੱਤੇ ਸੱਜੇ ਖੱਬੇ ਧੰਨ ਮਾਂ ਗੁਜਰੀ ਜੀ ਦੇ ਦੋਨੋਂ ਗੁਰੂ ਕੇ ਲਾਲ, ਤੋ ਜਿੱਥੋਂ ਤੱਕ ਸਰੀਰਾਂ ਦੀ ਹੋਂਦ ਸੀ ਉੱਥੋਂ ਤੱਕ ਮਾਂ ਗੁਜਰੀ ਜੀ ਨੇ ਫਿਰ ਸੱਚਖੰਡ ਤੱਕ ਵੀ ਸਦਾ ਲਈ ਪੋਤਿਆਂ ਨੂੰ ਆਪਣੇ ਆਪ ਤੋਂ ਜੁਦਾ ਨਹੀਂ ਹੋਣ ਦਿੱਤਾ ਸਾਧ ਸੰਗਤ। ਸੋ ਮਾਤਾ ਜੀ ਨੇ ਲਗ ਪੋਤਰੇ ਦੋਨੋਂ ਲੈ ਸਾਥ, ਦੋਨਾਂ ਲਾਲਾਂ ਨੂੰ ਨਾਲ ਲੈ ਲਿਆ। ਸਿਅੰਦਨ ਚੜੋ ਕਹਿਓ ਗੁਰਨਾਥ। ਜਿਹੜੇ ਵੀ ਸਾਧਨ ਸਨ ਉਸ ਵੇਲੇ ਜੀ, ਘੋੜੇ ਸਨ ਜਾਂ ਸਿੱਖਾਂ ਨੇ ਡੋਲੇ ਆਦਿਕ ਦੇ ਵਿੱਚ ਜਿਵੇਂ ਜਿਵੇਂ ਵੀ ਸੰਭਾਲਿਆ ਮਾਤਾਵਾਂ ਨੂੰ, ਗੁਰੂ ਮਹਿਲਾਂ ਨੂੰ, ਕੁਝ ਬੈਲ ਗੱਡੀਆਂ ਸਨ। ਸੋ ਉਹਨਾਂ ਸਾਧਨਾਂ ਦੀ ਤਿਆਰੀ ਕੀਤੀ ਗਈ। ਪ੍ਰਥਮ ਆਪਨ ਤੇ ਦੂ ਚੜਾਈ। ਪ੍ਰਥਮ ਆਪਨ ਤੇ ਦੂ, ਸਭ ਤੋਂ ਪਹਿਲੀ ਮੋਰਲੀ ਕਤਾਰ ਵਿੱਚ ਜਿਹੜੀ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਸੀ ਕਿ ਬੀਬੀਆਂ ਤੇ ਬਾਲ, ਸਿੰਘਾਂ ਦੇ ਜਥੇ ਤੋਂ ਪਹਿਲਾਂ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਇਹ ਜਿਹੜਾ ਬਾਲ ਤੇ ਬਿਰਦਾਂ ਦਾ ਜਿਹੜਾ ਜਥਾ ਸੀ ਉਹਨੂੰ ਤਿਆਰ ਕੀਤਾ ਗਿਆ। ਬਾਹਰ ਚੜੀ ਮਾਤਾ ਸਹਸਾਈ। ਫਿਰ ਗੁਰੂ ਕੇ ਮਹਿਲ ਉਹ ਪਿੱਛੇ ਹਨ, ਸਤਿਗੁਰ ਮਹਿਲ ਸੁੰਦਰੀ ਮਾਤ। ਮਾਤਾ ਸੁੰਦਰੀ ਜੀ ਤੇ ਮਾਤਾ ਜੀਤੋ ਜੀ। ਅਰ ਸਾਹਿਬ ਦੇਵੀ ਚਿਤ ਸ਼ਾਂਤ। ਖਿਮਾ ਕਰਨਾ, ਮਾਤਾ ਸਾਹਿਬ ਦੇਵੀ, ਮਾਤਾ ਸੁੰਦਰੀ ਜੀ। ਮਾਤਾ ਜੀਤੋ ਜੀ ਸੱਚਖੰਡ ਪਿਆਨਾ ਕਰ ਗਏ। ਅਗੰਮਗੜ੍ਹ ਵਾਲੇ ਸਥਾਨ ਤੇ ਮਾਤਾ ਜੀ ਦਾ ਅੰਤਮ ਸੰਸਕਾਰ ਜਿਹੜਾ ਸੀ ਉਹ ਆਪ ਜੀ ਨੇ ਸੁਣਿਆ, ਇਤਿਹਾਸ ਵੀ ਕੀਤਾ ਗਿਆ। ਸੋ ਮੈਂ ਗੁਰੂ ਮਹਿਲਾਂ ਨੂੰ, ਮਾਤਾਵਾਂ ਨੂੰ, ਬਾਲਾਂ ਨੂੰ, ਬਿਰਦਾਂ ਨੂੰ ਕਾਫਲੇ ਦੀ ਮੋਰਲੀ ਕਤਾਰ ਵਿੱਚ ਤੋਰਿਆ ਗਿਆ। ਨਮੋ ਕਰੀ ਗੁਰ ਕਉ ਕਰ ਜੋਰੇ। ਸਾਧ ਸੰਗਤ, ਇੱਕ ਵਾਰੀ ਸਾਰਿਆਂ ਨੇ ਇੱਕ ਦੂਜੇ ਨੂੰ ਫਤਿਹ ਬੁਲਾਈ, ਪਿਆਰ ਵਾਲੀਆਂ ਨੇ ਨਮਸਕਾਰ ਕੀਤੀ। ਗੁਰੂ ਮਹਿਲਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ। ਪਤਾ ਨਹੀਂ ਨਤੀਜਾ ਕੀ ਨਿਕਲੇਗਾ, ਕਿੱਥੇ ਮੁਕਾਮ ਹੈ ਕੋਈ ਪਤਾ ਨਹੀਂ ਹੈ। ਮਨੁੱਖ ਨੇ, ਮੈਂ ਕਈ ਵਾਰੀ ਬੇਨਤੀ ਕਰਦਾ, ਆਪਾਂ ਮਹਿਸੂਸ ਕਰ ਸਕਦੇ ਹਾਂ ਸਾਰੇ ਕਿ ਕੋਈ ਬੰਦਾ ਆਲੀਸ਼ਾਨ ਨਵੀਂ ਕੋਠੀ ਬਣਾ ਲੇ ਨਾ ਜੀ, ਬਹੁਤ ਪੈਸਾ ਲਾ ਕੇ, ਰੀਝਾਂ ਨਾਲ, ਚਾਵਾਂ ਨਾਲ, ਤੇ ਫਿਰ ਵੀ ਪੁਰਾਣੇ ਘਰ ਚੋਂ ਨਵੇਂ ਘਰ ਵਿੱਚ ਸ਼ਿਫਟ ਹੁੰਦਿਆਂ ਇੱਕ ਖਿੱਚ ਜੀ ਪੈਂਦੀ ਹੈ। ਕਈ ਵਾਰੀ ਤੇ ਬਜ਼ੁਰਗਾਂ ਨੂੰ ਵੇਖੀਦਾ, ਉਹ ਕਹਿੰਦੇ ਸਾਡਾ ਜੀ ਪੁਰਾਣੇ ਘਰ 'ਚ ਲੱਗਦਾ। ਤੇ ਕਦੀ ਕਦੀ ਤੇ ਬਜ਼ੁਰਗ ਫਿਰ 2-2 4-4 ਮਹੀਨੇ ਮੰਜਾ ਹੀ ਪੁਰਾਣੇ ਘਰ 'ਚ ਡਾਉਂਦੇ ਆ, ਨਵੀਂ ਕੋਠੀ 'ਚ ਜਾਂਦੇ ਹੀ ਨਹੀਂ। ਹੁਣ ਆਨੰਦਾਂ ਦੀ ਪੁਰੀ ਨੂੰ ਛੱਡਿਆ ਜਾਣ ਲੱਗਾ ਤੇ ਅੱਗੇ ਕਿੱਥੇ ਜਾਣਾ ਕੋਈ ਪਤਾ ਨਹੀਂ ਹੈ। ਕਈ ਦਿਨਾਂ ਦੀ ਬਰਸਾਤ ਵੀ ਚੱਲ ਰਹੀ ਸੀ, ਪੋਹ ਦੀਆਂ ਸੀਤ ਰਾਤਾਂ ਨੇ ਪਹਿਰ ਰਾਤ ਗੁਜ਼ਰੀ ਹੈ ਜਦੋਂ ਕਾਫਲਾ ਤੁਰਿਆ। ਅੱਗੇ ਮੁਕਾਮ ਕਿੱਥੇ ਆ, ਮੰਜ਼ਿਲ ਕਿੱਥੇ ਆ, ਕਿੱਥੇ ਜਾ ਕੇ ਸਿਰ ਲੁਕਾਉਣਾ ਕੋਈ ਪਤਾ ਨਹੀਂ। ਇਸ ਵਾਸਤੇ ਸਾਰਿਆਂ ਨੇ ਇੱਕ ਦੂਜੇ ਨੂੰ ਫਤਿਹ ਬੁਲਾਈ। ਗੁਰੂ ਮਹਿਲਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਨ ਸਪਰਸ਼ ਕੀਤੇ। ਕਾਫਲੇ ਦੇ ਤੁਰਨ ਦੀ ਤਿਆਰੀ ਹੋਈ। ਦੋਨੋਂ ਤਬ ਅਰੂੜ ਕਰ ਡੋਰੇ। ਸੋ ਮਾਤਾਵਾਂ ਨੂੰ, ਗੁਰੂ ਮਹਿਲਾਂ ਨੂੰ ਡੋਲਿਆਂ ਦੇ ਵਿੱਚ ਮੋਢਿਆਂ ਦੇ ਉੱਤੇ ਕਹਾਰ ਚੁੱਕਦੇ ਹੁੰਦੇ ਸੀ, ਡੋਲਾ। ਤੇ ਇਹ ਸਨਮਾਨ ਸਹਿਤ ਜਾਣ ਦਾ ਇੱਕ ਸਾਧਨ ਸੀ ਜੀ, ਜਿਨ੍ਹਾਂ ਦਾ ਸਤਿਕਾਰ ਲੋਕੀ ਕਰਦੇ ਹੁੰਦੇ ਸੀ। ਉਹਨਾਂ ਨੂੰ ਡੋਲਿਆਂ 'ਚ ਜਾਂ ਪਾਲਕੀਆਂ 'ਚ ਬਿਠਾ ਕੇ ਲਿਜਾਂਦੇ ਸੀ। ਤੋ ਸਿੱਖਾਂ ਦੇ ਦਿਲਾਂ 'ਚ ਬਹੁਤ ਸਨਮਾਨ ਸੀ ਮਾਂ ਗੁਜਰੀ ਜੀ ਦਾ, ਗੁਰੂ ਮਹਿਲਾਂ ਦਾ। ਉਹ ਅਦਬ ਸਹਿਤ ਡੋਲਿਆਂ ਦੇ ਵਿੱਚ ਜਾਣ ਦੀ ਤਿਆਰੀ ਕੀਤੀ। ਆਏ ਸਪਾਈ ਨਿਕਸ ਕਰ ਚਾਲੀ। ਗੁਰੂ ਆਗਿਆ ਦੇ ਨਾਲ ਸਭ ਨੇ ਚੱਲਣਾ ਹੈ। ਸਿਆਮ ਜਾਮਨੀ ਬਹੁ ਤਮ ਵਾਲੀ। ਸ਼ਿਆਮ ਜਾਮਨੀ, ਕਾਲੀ ਰਾਤ ਹੈ, ਬਹੁਤ ਹਨੇਰਾ ਹੈ, ਬੱਦਲ ਛਾਏ ਹੈ, ਘਟਾ ਛਾਈ ਹੈ। ਤੇ ਪਹਿਰ ਰਾਤ ਰਹਿੰਦਿਆਂ ਸਰਦੀਆਂ ਦੇ ਵਿੱਚ, ਦਸੰਬਰ ਦੇ ਵਿੱਚ, ਸਾਧ ਸੰਗਤ 7-8 ਵਜੇ ਹੀ ਐਂ ਲੱਗਣ ਲੱਗ ਪੈਂਦਾ ਵੀ ਅੱਧੀ ਰਾਤ ਪੈ ਗਈ ਹੈ।
ਚਾਰੇ ਪਾਸੇ ਬਹੁਤ ਗਹਿਰਾ ਹਨੇਰਾ ਹੈ, ਕਿਤੇ ਕਿਤੇ ਤਾਰੇ ਟਿਮਟਮਾਉਂਦੇ ਨਜ਼ਰ ਆਉਂਦੇ ਆ। ਬਹੁਤੀ ਘਟਾ ਚੜੀ ਹੋਈ, ਕਈ ਦਿਨਾਂ ਦਾ ਬੱਦਲ ਬਰਸ ਰਿਹਾ ਸੀ। ਤੇ ਇਤਿਹਾਸ ਇਹ ਵੀ ਕਹਿੰਦਾ ਕਿਤੇ ਕਿਤੇ ਬਿਜਲੀ ਚਮਕਦੀ ਆ, ਕਿਤੇ ਕਿਤੇ ਬੱਦਲਾਂ ਦੇ ਵਿੱਚ ਝੁਰਮਟ ਦੇ ਵਿੱਚੋਂ ਤਾਰਿਆਂ ਦੀ ਲੋ ਵੀ ਨਜ਼ਰ ਆਉਂਦੀ ਆ। ਤੋ ਇਸ ਕਾਲੀ ਰਾਤ ਵਿੱਚ ਸ਼ਾਮ ਜਾਮਨੀ, ਬਹੁਤ ਤਮ ਵਾਲੀ, ਤਮ ਦਾ ਅਰਥ ਹੈ ਗਹਿਰਾ ਹਨੇਰਾ, ਕਾਲੀ ਬੋਲੀ ਰਾਤ ਹੈ। ਅਪਰ ਜੇ ਨਰ ਨਹਿ ਲਰਨੇ ਹਾਰੇ, ਜਿਹੜੇ ਜੂਝਣ ਵਾਲੇ ਸਿੰਘ ਸੀ, ਯੋਧੇ ਸੀ, ਜਿਹੜੇ ਸ਼ਸਤਰਧਾਰੀ ਸਨ, ਸੋ ਮਿਲ ਮਿਲ ਕਰ ਵਹਿਰ ਪਧਾਰੇ। ਉਹਨਾਂ ਦੇ ਵੀ ਨਿਕਲਣ ਦੀ ਇੱਕ ਤਰਤੀਬ ਸੀ ਜੀ। ਮਹਾਰਾਜ ਤੁਰਨ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਜ਼ੂਰ ਦੇ ਜਿੱਥੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਗਿਆ, ਸੀਸ ਗੰਜ ਸਾਹਿਬ, ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਸੰਬੰਧਿਤ ਦੋ ਸੀਸ ਗੰਜ ਸਾਹਿਬ ਨੇ। ਇੱਕ ਦਿੱਲੀ ਵਿੱਚ ਜਿੱਥੇ ਸੱਚੇ ਪਾਤਸ਼ਾਹ ਜੀ ਦਾ ਸੀਸ ਕਲਮ ਹੋਇਆ, ਚਾਂਦਨੀ ਚੌਂਕ ਦੇ ਨੇੜੇ, ਆਪ ਜੀ ਦੇ ਦਰਸ਼ਨ ਕਰਦੇ ਹੋ, ਸੀਸ ਗੰਜ ਸਾਹਿਬ ਦਿੱਲੀ। ਤੇ ਇੱਕ ਸਾਧ ਸੰਗਤ ਜੀ ਜਿੱਥੇ ਸਤਿਗੁਰਾਂ ਦੇ ਸੀਸ ਦਾ ਅੰਤਮ ਸੰਸਕਾਰ ਕੀਤਾ ਗਿਆ, ਸ਼੍ਰੀ ਅਨੰਦਪੁਰ ਸਾਹਿਬ। ਸੋ ਸ਼੍ਰੀ ਅਨੰਦਪੁਰ ਸਾਹਿਬ ਸੀਸ ਗੰਜ ਸਾਹਿਬ ਵਾਲੀ ਸਥਾਨ ਤੇ ਮਹਾਰਾਜ ਗਏ ਸੀ, ਪਰਿਕਰਮਾ ਕੀਤੀਆਂ, ਅਰਦਾਸ ਕੀਤੀ। ਪਹਿਰ ਕੁ ਰਾਤ ਉਸ ਵੇਲੇ ਗੁਜਰੀ ਸੀ। ਗਇਓ ਬਹੀਰ ਉਲੰਘ ਕਈ ਕੋਸ, ਇਦਾਂ ਕਾਫਲੇ ਨੂੰ ਫਿਰ ਸਤਿਗੁਰ ਜੀ ਨੇ ਤੋਰਿਆ ਸੀ। ਬੈਠੇ ਸਤਿਗੁਰ ਦੁਰਗ ਸਰੋਸ, ਧੰਨ ਕਲਗੀਧਰ ਪਾਤਸ਼ਾਹ ਜੀ ਇਸ ਸਮੇਂ ਤੱਕ ਕਿਲੇ ਦੇ ਅੰਦਰ ਬਿਰਾਜਮਾਨ ਸਨ। ਸਨੇ ਸਨੇ ਸਭ ਕਰ ਕਰ ਤਿਆਰ, ਜਦੋਂ ਸਾਰੀ ਤਿਆਰੀ ਹੋ ਗਈ ਨਾ, ਸਨੇ ਸਨੇ, ਆਸਤਾ ਆਸਤਾ ਸਾਰਿਆਂ ਨੇ ਤਿਆਰੀ ਕਰ ਲਈ। ਕੋਈ ਅਫਰਾ ਤਫਰੀ ਨਹੀਂ ਸੀ ਮਚੀ ਹੋਈ ਸਾਧ ਸੰਗਤ ਜੀ, ਬੜੇ ਸਹਿਜ ਵਿੱਚ ਤੇ ਬੜੇ ਸੰਜਮ ਵਿੱਚ, ਦੋਨੋਂ ਗੱਲਾਂ ਸੀ ਜੀ, ਸਹਿਜ ਤੇ ਸੰਜਮ। ਤੋ ਸਨੇ ਸਨੇ, ਸਨੇ ਦਾ ਅਰਥ ਹੈ ਬੜੇ ਸਹਿਜ ਨਾਲ, ਹੌਲੀ ਹੌਲੀ, ਸਭ ਕਰ ਕਰ ਤਿਆਰ, ਸਾਰੇ ਕਾਫਲੇ ਨੂੰ ਤਿਆਰ ਕੀਤਾ ਗਿਆ। ਚੱਲੇ ਲੋਕ ਸਭ ਪੰਥ ਮਝਾਰ, ਮਹਾਰਾਜ ਨੇ ਜਿੱਦਾਂ ਹੁਕਮ ਕੀਤਾ ਸੀ, ਜਿਹੜੇ ਰਾਹੇ ਤੁਰਨਾ ਸੀ ਉਧਰ ਨੂੰ ਚੱਲਣ ਦੀ ਤਿਆਰੀ ਹੋਈ। ਸਾਵਧਾਨ ਜੋ ਸ਼ਸਤਰ ਸਮੇਤ, ਹੁਣ ਜਿਹੜੇ ਯੋਧੇ ਜੂਝਣ ਵਾਲੇ ਸੀ, ਬਾਲ ਬਿਰਧ ਤੇ ਬੀਬੀਆਂ ਅੱਗੇ ਨੇ, ਤੇ ਜਿਹੜੇ ਸੂਰਮੇ ਸ਼ਸਤਰਧਾਰੀ, ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਸਾਧ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਯੋਧਿਆਂ ਦੇ ਸਰੀਰ ਭਾਵੇਂ ਖੀਨ ਹੋ ਗਏ ਸੀ, ਭੁੱਖ ਦੇ ਨਾਲ ਮਾਸ ਜਿਹੜਾ ਸੀ ਉਹ ਹੱਡਾਂ ਦੇ ਨਾਲ ਜੁੜ ਚੁੱਕਿਆ ਸੀ, ਚਰਬੀ ਮਿੱਝ ਮੁੱਕ ਚੁੱਕੀ ਸੀ, ਤਨ ਬਹੁਤਾ ਨਿਰਬਲ ਹੋ ਚੁੱਕੇ ਸਨ, ਦੇਖਣ ਨੂੰ ਸੁੱਕ ਚੁੱਕੇ ਸੀ। ਪਰ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਜਿਹੜਾ ਸਿਦਕ ਸਿਰੜ ਜਜ਼ਬਾ ਹੈ ਨਾ, ਉਹਦੇ ਅੰਦਰ ਬਹੁਤ ਜੋਸ਼ ਹੈ, ਬਹੁਤ ਜੋਸ਼। ਇਹੀ ਕਾਰਨ ਹੈ, ਇਹ ਤੇ ਅਜੇ ਜਿਸਮ ਸੁੱਕਿਆ ਹੀ ਹੈ, ਇਹੀ ਕਾਰਨ ਹੈ ਇਤਿਹਾਸ ਕਹਿੰਦਾ ਸਿੱਖਾਂ ਦੇ ਸਿਰ ਵੀ ਉਤਰ ਗਏ, ਪਰ ਉਹ ਜਜ਼ਬਾ ਜਿਹੜਾ ਸੀ ਉਹ ਨਹੀਂ ਸੀ ਮੱਠਾ ਪੈਂਦਾ। ਸਿਰ ਉਤਰਿਆ ਵੀ ਸਿੰਘ ਲੜਨ ਦੀ ਸ਼ਕਤੀ ਰੱਖਦੇ ਸੀ, ਇਹ ਤੇ ਅਜੇ ਸਰੀਰ ਹੀ ਸੁੱਕਿਆ ਨਾ। ਇਤਿਹਾਸ ਦੀ ਗਾਥਾ ਆਪਾਂ ਕੱਲ੍ਹ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏਗਾ, ਕੱਲ੍ਹ 12 ਤਰੀਕ, ਤੇ 14 ਨੂੰ ਫਤਿਹ ਦਿਵਸ ਮਨਾਉਣਾ। ਇੱਥੇ ਅੰਦਰੇ ਅੰਦਰ ਹੀ ਸਮਾਗਮ ਕਰਾਂਗੇ, ਥੇ ਤੇ ਨਿਸ਼ਾਨ ਸਾਹਿਬ ਚਲਾਵਾਂਗੇ ਸਾਧ ਸੰਗਤ ਅਰਦਾਸ ਕਰਕੇ, ਕਿਉਂਕਿ ਹਾਲਾਤਾਂ ਨੂੰ ਮੱਦੇ ਨਜ਼ਰ ਰੱਖ ਕੇ ਜਿਹੜਾ ਨਗਰ ਕੀਰਤਨ ਚੱਪੜਚਿੜੀ ਤੋਂ ਆਉਣਾ ਸੀ ਉਹ ਨਹੀਂ ਤੁਰੇਗਾ। ਬਹੁਤ ਨਾਜ਼ੁਕ ਹਾਲਾਤ ਬਣੇ ਹੋਏ ਆ। ਬਾਬਾ ਬੰਦਾ ਸਿੰਘ ਬਹਾਦਰ ਜਰਨੈਲ ਦੀ ਯਾਦ, ਸਰਹੰਦ ਨੂੰ ਜਿੱਤਣਾ, ਖਾਲਸਾ ਰਾਜ ਦੇ ਡੰਕੇ ਵਜਾਉਣੇ, ਇਹ ਇਦਾਂ ਦੀ ਦਸ਼ਾ ਬਣੀ ਸੀ ਜਦੋਂ ਗੁਰਦਾਸ ਨੰਗਲ ਦੀ ਗੜੀ 'ਚ ਲੰਬਾ ਘੇਰਾ ਕੱਤਿਆ, ਸਿੱਖ ਭੁੱਖ ਦੇ ਨਾਲ ਆਤਰ ਹੋ ਗਏ। ਡਾਕਟਰ ਗੰਡਾ ਸਿੰਘ ਬਹੁਤ ਤਰਾਸਦੀ ਭਰੇ ਹਾਲਾਤਾਂ ਦਾ ਜ਼ਿਕਰ ਕਰਦੇ ਸਾਰੇ ਇਤਿਹਾਸਕਾਰ, ਤੇ ਜ਼ਿਕਰ ਹੁੰਦਾ ਵੀ 3 ਮਹੀਨੇ ਹੋਰ ਕਸ਼ਟ ਦਿੱਤੇ ਗਏ, ਤੇ ਜਿੱਦਣ ਉਹ ਕਸ਼ਟਾਂ ਦੇ ਦੌਰਾਨ ਬਾਬਾ ਬਾਜ ਸਿੰਘ ਨੂੰ ਸ਼ਹੀਦ ਕਰਨ ਦੀ ਵਾਰੀ ਆਈ ਨਾ, ਤੇ ਬਾਜ ਸਿੰਘ ਦਾ ਨਾਂ ਬਾਜ ਸੀ, ਦੁਸ਼ਮਣ ਦਹਿਲ ਜਾਂਦਾ ਸੀ ਨਾਂ ਸੁਣ ਕੇ, ਬਾਜ ਵਰਗੀ ਫੁਰਤੀ ਦੇ ਨਾਲ ਵੈਰੀ ਨੂੰ ਚਿੱਤ ਕਰਦੇ ਸੀ। ਭਾਈ ਫਤਿਹ ਸਿੰਘ ਜੀ ਤੇ ਬਾਬਾ ਬਾਜ ਸਿੰਘ ਜੀ, ਜਿਨ੍ਹਾਂ ਨੇ ਵਜੀਦੇ ਨੂੰ ਸੋਧ ਕੇ ਤੇ ਰੁੱਖ ਦੇ ਨਾਲ ਅੱਧ ਮਰੇ ਨੂੰ ਟੰਗਿਆ ਸੀ ਸਾਧ ਸੰਗਤ। ਉੱਥੇ ਐਲਕਾਰ ਸੀ ਰਤਨ ਚੰਦ, ਫਰਕਸ਼ੀਅਰ ਦੇ ਦਰਬਾਰ ਦਾ,
ਹੋਰ ਖੜੇ ਨੇ ਸਿਪਾ ਸਲਾਰ। ਤੇ ਫਰਕਸ਼ੀਅਰ ਨੇ ਇੱਕ ਗੱਲ ਪੁੱਛੀ ਸੀ, ਕਹਿੰਦੇ ਤੇਰਾ ਨਾਂ ਬਾਜ ਸਿੰਘ ਹੈ? ਕਹਿੰਦੇ ਹਾਂ। ਕਹਿੰਦਾ ਤੇਰਾ ਸਰੀਰ ਕਿੰਨਾ ਬਲਹੀਣ ਹੋ ਗਿਆ, ਸਰੀਰ ਸੁੱਕ ਗਿਆ, ਮਾਸ ਹੱਡਾਂ ਨਾਲ ਜੁੜ ਗਿਆ, ਅੰਦਰੋਂ ਤੇਰਿਓਂ ਸੱਤਿਆ ਮੁੱਕ ਗਈ ਹੈ, ਤਾਣ ਰਿਹਾ ਨਹੀਂ, ਭੁੱਖ ਨੇ ਤੇਰੀ ਜਾਨ ਸੁਕਾ ਕੇ ਰੱਖ ਦਿੱਤੀ ਹੈ, ਕੀ ਅਜੇ ਵੀ ਤੇਰੇ 'ਚ ਕੋਈ ਬਾਜ ਵਰਗਾ ਦਮ ਹੈ? ਤੇ ਬਾਬਾ ਬਾਜ ਸਿੰਘ ਜੀ ਨੇ ਕਿਹਾ ਸੀ, ਮੇਰੇ ਹੱਥਾਂ ਦੀਆਂ ਕੜੀਆਂ ਖੋਲੋ ਫਿਰ ਮੈਂ ਦੱਸਾਂਗਾ। ਇੱਕੋ ਹੀ ਹੱਥ ਦੀ ਕੜੀ ਖੋਲੀ ਸੀ, ਪੈਰਾਂ ਨੂੰ ਵੀ ਪਾਈਆਂ ਸੀ ਤੇ ਹੱਥਾਂ ਨੂੰ ਵੀ ਪਾਈਆਂ ਸੀ। ਤੇ ਇਤਿਹਾਸ ਕਹਿੰਦਾ ਵੀ ਇੱਕੋ ਹੱਥ ਦੀ ਕੜੀ ਨਾਲ ਵਲੇਵਾਂ ਮਾਰ ਕੇ ਕੋਲ ਖੜੇ ਤਲਵਾਰ ਧਾਰੀ ਨੂੰ ਲਪੇਟੇ 'ਚ ਲੈ ਕੇ ਸੰਗਲੀ ਦੇ ਨਾਲ ਗਲਾ ਘੁੱਟਿਆ, ਤੇਗ ਖੋਹ ਕੇ ਤਿੰਨਾਂ ਨੂੰ ਚਿੱਤ ਕਰ ਦਿੱਤਾ, ਥਾਂ ਇੱਕ ਛਿਨ ਵਿੱਚ ਦੀ ਬਾਜ ਵਰਗੀ ਫੁਰਤੀ ਦੇ ਨਾਲ ਜਦੋਂ ਤਿੰਨ ਢੇਰੀ ਕਰ ਦਿੱਤੇ ਤੇ ਫਿਰ ਛੇਤੀ ਦੇਣੀ ਸਭ ਨੇ ਵਾਰ ਕਰਕੇ ਬਾਬਾ ਬਾਜ ਸਿੰਘ ਨੂੰ ਸ਼ਹੀਦ ਕੀਤਾ। ਗੱਲ ਸਰੀਰਾਂ ਦੇ ਸੱਤਿਆ ਮੁੱਕਣ ਦੀ ਨਹੀਂ ਹੈ ਸਾਧ ਸੰਗਤ। ਜੇ ਸਿਰਫ ਸਰੀਰਾਂ ਦੀ ਸੱਤਿਆ ਨੇ ਲੜਨਾ ਹੁੰਦਾ ਤੇ ਬੰਦੇ ਹਾਥੀਆਂ ਦਾ ਮੁਕਾਬਲਾ ਨਾ ਕਰਦੇ। ਫਿਰ ਤੰਦਰੁਸਤ ਹੋਣਾ ਚਾਹੀਦਾ, ਰਿਸ਼ਟ ਪੁਸ਼ਟ ਹੋਣਾ ਚਾਹੀਦਾ, ਚੰਗੀਆਂ ਖੁਰਾਕਾਂ ਹੋਣੀਆਂ ਚਾਹੀਦੀਆਂ। ਪਰ ਜਦੋਂ 1.25 ਲੱਖ ਸੇ ਇੱਕ ਲੜਾਉਣ ਦਾ ਕਨਸੈਪਟ ਸਤਿਗੁਰ ਦਾ ਆਉਂਦਾ ਤੇ ਫਿਰ ਕੇਵਲ ਸਰੀਰ ਨਹੀਂ ਲੜਦਾ, ਫਿਰ ਸਿੱਖ ਦੇ ਅੰਦਰ ਦਾ ਜਜ਼ਬਾ ਲੜਦਾ। ਸਾਧ ਸੰਗਤ, ਸਰੀਰ ਬਲਹੀਣ ਸੀ, 8 ਮਹੀਨਿਆਂ ਦਾ ਘੇਰਾ, ਭੁੱਖਾਂ ਨੇ ਡਾਢੇ ਤਪਾਏ ਹੋਏ ਨੇ, ਪਰ ਇੰਨੇ ਸ਼ਸਤਰ ਚੁੱਕੇ ਨੇ। ਵੇਖੋ ਕਮਜ਼ੋਰੀ ਜ਼ਰੂਰ ਸੀ ਸਰੀਰ ਕਰਕੇ, ਪਰ ਮਾਨਸਿਕ ਤੌਰ ਦੇ ਉੱਤੇ ਆਖਰੀ ਸਾਹਾਂ ਤੱਕ 10 ਲੱਖ 'ਚ ਘਿਰਿਆ ਹੋਇਆਂ ਨੇ ਵੀ ਜਿੱਥੇ ਮੌਤ ਯਕੀਨੀ ਸੀ ਉੱਥੇ ਵੀ ਪ੍ਰਵਾਨ ਨਹੀਂ ਕੀਤਾ ਕਿ ਅਸੀਂ ਤੁਹਾਡੀ ਈਨ ਮੰਨਦੇ ਹਾਂ। ਆਖਿਆ ਜੂਝ ਕੇ ਮਰਾਂਗੇ, ਕਿਉਂਕਿ ਮਰਨਾ ਤੇ ਇੱਕ ਦਿਨ ਹੈ ਹੀ ਹੈ। ਇਹਨੂੰ ਕਹਿੰਦੇ ਸਵੈਮਾਨ ਦੀ ਜ਼ਿੰਦਗੀ, ਸਵੈਮਾਨ ਦੀ ਮੌਤ। ਇਹਨੂੰ ਸਵੈਮਾਨ ਇਹਨੂੰ ਸਵੈਮਾਨ ਦੀ ਜ਼ਿੰਦਗੀ ਕਹਿੰਦੇ ਆ, ਸਵੈਮਾਨ ਦੀ ਮੌਤ ਕਹਿੰਦੇ। ਦੱਸਿਆ ਕਰੋ ਸੰਗਤ ਨੂੰ, ਇਦਾਂ ਦੁਬਿਧਾ 'ਚ ਨਾ ਪਾਇਆ ਕਰੋ। ਸੋ ਸਾਧ ਸੰਗਤ, ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਥੀ ਸਿੰਘ, ਪਿਆਰੇ ਸੂਰਮੇ ਸਿੱਖ, ਭਾਵੇਂ ਸੱਤਿਆਹੀਣ ਸਨ, ਕੋਈ ਸ਼ੱਕ ਨਹੀਂ ਹੈ, ਭੁੱਖ ਬਹੁਤ ਡਾਢੀ ਹੈ, ਪਰ ਜੋ ਜਜ਼ਬਾ ਕਲਗੀਧਰ ਪਾਤਸ਼ਾਹ ਦੇ ਪ੍ਰੇਮ ਦਾ ਹੈ ਉਹ ਠਾਠਾ ਮਾਰਦਾ ਹੈ। ਸ਼ਸਤਰ ਸੰਭਾਲੇ ਹੋਇਆ, ਸਾਵਧਾਨ ਜੋ ਸ਼ਸਤਰ ਸਮੇਤ ਰੱਖੇ ਸਿੰਘ ਢਿੱਗ ਲਰਬੇ ਹੇਤ। ਮਹਾਰਾਜ ਨੂੰ ਪਤਾ ਹੈ ਕਿ ਇਹ ਭਾਈ ਜੀਵਨ ਸਿੰਘ ਗੁਰੂ ਕਾ ਬੇਟਾ, ਇਹ ਭਾਈ ਉਦੇ ਸਿੰਘ, ਇਹ ਭਾਈ ਆਲਮ ਸਿੰਘ, ਇਹ ਭਾਈ ਬਚਿੱਤਰ ਸਿੰਘ ਆਦਿਕ, ਇਹ ਆਖਰੀ ਸਾਹਾਂ ਤੱਕ ਦੁਸ਼ਮਣ ਦੇ ਉੱਤੇ ਭਾਰੂ ਪੈਣਗੇ। ਤੋ ਸ਼ਸਤਰਧਾਰੀ ਯੋਧੇ ਤਿਆਰ ਬਰ ਤਿਆਰ ਹਨ। ਡੇਢਕ ਜਾਮ ਜਾਮਨੀ ਗਈ। 1.5 ਕੁ ਪੈਰ ਜਿਹੜੀ ਹੈ ਨਾ ਰਾਤ 6 ਪੋਹ ਦੀ ਉਸ ਵੇਲੇ ਗੁਜਰੀ ਸੀ। ਤਬ ਸਤਿਗੁਰ ਨਿਜ ਤਿਆਰੀ ਕਈ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਹਜ਼ੂਰ ਨੇ ਹੁਣ ਇੱਥੋਂ ਚੱਲਣ ਦੀ ਸ਼੍ਰੀ ਅਨੰਦਪੁਰ ਸਾਹਿਬ 1704, ਜਿੱਥੇ ਸੁਰਤਾਂ ਕਰਕੇ ਤੁਸੀਂ ਸਾਰੇ ਉਹਨਾਂ ਦਿਨਾਂ ਦੇ ਵਿੱਚ ਲਗਾਤਾਰ ਜਦੋਂ ਇੱਥੋਂ ਕਥਾ ਸ਼ੁਰੂ ਹੁੰਦੀ ਹੈ 6 ਪੋਹ ਤੋਂ 13 ਪੋਹ ਤੱਕ ਦਾ ਵਿਸ਼ੇਸ਼ ਇਤਿਹਾਸ। ਤੋ ਜਿਹੜੇ ਸੰਗਤ ਨਿੱਤ ਦੇ ਸਰੋਤੇ ਲੜੀਵਾਰ ਜੁੜੇ ਹੋਏ ਜਾਂ ਮੀਡੀਆ ਦੇ ਰਾਹੀਂ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ, ਉਹ ਸਾਰਾ ਕੁਝ ਤੁਸੀਂ ਆਪਣੀਆਂ ਸੁਰਤ ਦੀਆਂ ਅੱਖਾਂ ਨਾਲ ਹੰਡਾਉਂਦੇ ਹੋ। ਮੈਂ ਤਾਂ ਬੇਨਤੀ ਕਰ ਦਿੰਦਾ ਵੀ ਸਿੱਖ ਨੇ ਇਤਿਹਾਸ ਨੂੰ ਸਰੋਤਾ ਬਣ ਕੇ ਨਹੀਂ ਸੁਣਨਾ, ਸਿੱਖ ਨੇ ਪਾਤਰ ਬਣ ਕੇ ਜੂਨ ਦਾ ਯਤਨ ਕਰਨਾ। ਸਰੋਤਾ ਬਣ ਕੇ ਸੁਣਿਆ ਇੱਕ ਵਿੱਥ ਬਣੀ ਰਹਿੰਦੀ ਹੈ ਵੀ ਕਦੀ ਵਾਪਰਿਆ ਸੀ ਤੇ ਅਸੀਂ ਸੁਣਨ ਵਾਲੇ ਹਾਂ। ਤੇ ਜਦੋਂ ਤੁਸੀਂ ਸਰੋਤੇ ਤੋਂ ਪਾਤਰ ਤੱਕ ਪਹੁੰਚਦੇ ਹੋ ਤੇ ਫਿਰ ਤੁਸੀਂ ਅਨੁਭਵ ਕਰਦੇ ਹੋ ਕਿ ਇਤਿਹਾਸ ਸੁਣ ਨਹੀਂ ਰਹੇ, ਇਤਿਹਾਸ ਵਿੱਚ ਜੂ ਰਹੇ ਹਾਂ ਅਸੀਂ। ਮਹਾਰਾਜ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਹਜ਼ੂਰ ਦੇ ਪਿਆਰੇ ਸਿੰਘ ਤਿਆਰ ਬਰ ਤਿਆਰ ਨੇ। 1.5 ਜਾਮ ਜਾਮਨੀ ਗਈ, ਜਦੋਂ 1.5 ਪਹਿਰ ਰਾਤ ਗੁਜਰੀ, ਤਬ ਸਤਿਗੁਰ ਨਿਜ ਤਿਆਰੀ ਕਈ। ਕਲਗੀਧਰ ਪਾਤਸ਼ਾਹ ਹਜ਼ੂਰ ਨੇ ਤਿਆਰੀ ਕੀਤੀ ਹੈ। ਨਿਕਸੇ ਪ੍ਰਥਮ ਗਏ ਤਿਸ ਜਾਏ। ਨਿਕਸੇ ਪ੍ਰਥਮ ਗਏ ਤਿਸ ਜਾਏ। ਜਾਏ ਦਾ ਅਰਥ ਹੁੰਦਾ ਜਗ੍ਹਾ। ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਸੱਚੇ ਪਾਤਸ਼ਾਹ ਜੀ ਨਿਕਲ ਕੇ ਤੇ ਸਭ ਤੋਂ ਪਹਿਲਾਂ ਇਹ ਹਜ਼ੂਰ ਦੀ ਆਨੰਦਾਂ ਦੀ ਪੁਰੀ ਦੀਆਂ ਪਾਕ ਨਿਰਮਲ ਗਲੀਆਂ ਨੂੰ ਜਿਹੜੀ ਸ਼ੋਅ ਸੀ ਨਾ ਜੀ ਸਰੀਰ ਕਰਕੇ, ਇਹ ਆਖਰੀ ਸ਼ੋਅ ਸੀ ਮਹਾਰਾਜ ਦੀ
ਸन्नाटा ਛਾਇਆ ਹੋਇਆ, ਚੁੱਪ ਵਰਤੀ ਹੋਈ ਹੈ। ਪ੍ਰਕਿਰਤੀ ਵੀ ਸਾਹਿਬ ਦੇ ਪ੍ਰੇਮ ਵਿੱਚ ਵੈਰਾਗੀ ਹੋਈ। ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਉਸ ਜਗ੍ਹਾ ਤੇ ਗਏ। ਸ੍ਰੀ ਗੁਰੂ ਤੇਗ ਬਹਾਦਰ ਥਾਈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਥਾਨ, ਜਿਹਨੂੰ ਅਸੀਂ ਅਦਬ ਵਜੋਂ ਸੀਸ ਗੰਜ ਸਾਹਿਬ ਕਹਿੰਦੇ ਆ। ਭਾਗਾਂ ਵਾਲਿਓ, ਵਾਕਈ ਇਹ ਗੱਲ ਦੁਨੀਆ ਭਰ ਦੇ ਵਿਦਵਾਨਾਂ ਨੂੰ ਕਹਿਣੀ ਪਈ ਕਿ ਕਲਗੀਧਰ ਪਾਤਸ਼ਾਹ, ਦੁਨੀਆ ਤੇ ਯੋਧੇ ਬਹੁਤ ਹੋਏ ਹਨ, ਵਿਦਵਾਨ ਬੜੇ ਹੋਏ, ਆਗੂ ਬੜੇ ਹੋਏ, ਰਹਿਬਰ ਬੜੇ ਹੋਏ, ਜਰਨੈਲ ਬੜੇ ਹੋਏ, ਕਵੀ ਬੜੇ ਹੋਏ, ਹਰ ਗੁਣ ਵਿੱਚ ਨਿਪੁੰਨ, ਪਰ ਸੱਚੇ ਪਾਤਸ਼ਾਹ ਇਨਸਾਫ ਕਰੇ ਜੀ में जमाना तो कह दे यकीन है कि गुरु गोबिंद सिंह जी का कोई सानी ही नहीं है। जिस दिन ये पातशाह ਸਿੰਘਾਸਨ ਤੇ ਬੈਠੇ, ਦੁਨੀਆ ਵਿੱਚ ਵਿਚਿੱਤਰ ਇਤਿਹਾਸ ਹੈ। ਦੁਨੀਆ ਦੇ ਉੱਤੇ ਰਹਿਬਰ ਹੋਣਗੇ ਤੇ ਸ਼ਹਿਨशाह ਵੀ ਹੋਣਗੇ, ਦੁਨੀਆ ਵਿੱਚ ਫਕੀਰ ਵੀ ਹੋਣਗੇ ਤੇ ਬਾਦਸ਼ਾਹ ਵੀ ਹੋਣਗੇ, ਪਰ ਕੋਈ ਬਾਦਸ਼ਾਹ ਦਰਵੇਸ਼ ਜੇ ਹੈ ਤੇ ਉਹ ਕੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ। ਦੁਨੀਆ 'ਚ ਦਾਨੀ ਵੀ ਹੋਣਗੇ ਤੇ ਮੰਗਤੇ ਵੀ ਹੋਣਗੇ, ਪਰ ਮੁਰਦਿਆਂ ਨੂੰ ਜੀਵਨ ਦੇ ਕੇ ਅੰਮ੍ਰਿਤ ਦੀ ਦਾਤ ਦੇਣ ਵਾਲਾ ਤੇ ਫਿਰ ਦੇ ਕੇ ਆਪ ਮੰਗਣ ਵਾਲਾ ਉਹ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ। इन्हीं की कृपा के सजे हम हैं, नहीं मोसे गरीब करोड़ परे। जिस दिन ਸਿੰਘਾਸਨ ਤੇ ਬੈਠੇ ਪਾਤਸ਼ਾਹ, ਦੁਨੀਆ ਦੇ ਸ਼ਹਿਨशाह ਵੀ ਬਹਿੰਦੇ ਸਿੰਘਾਸਨ ਤੇ, ਬੜੇ ਨਜ਼ਰਾਨੇ ਆਉਂਦੇ ਆ, ਬੜੇ ਤੋਹਫੇ ਆਉਂਦੇ ਆ, ਪਰ ਇਹ ਸੰਸਾਰ ਦਾ ਵਿਚਿੱਤਰ ਪਾਤਸ਼ਾਹ ਜਿਸ ਦਿਨ ਸਿੰਘਾਸਨ ਤੇ ਬੈਠਾ ਤੇ ਦੁਨੀਆ ਦਾ ਵਿਚਿੱਤਰ ਨਜ਼ਰਾਨਾ ਆਇਆ, ਪਿਤਾ ਦਾ ਧੜ ਤੋਂ ਬਿਨਾ ਸੀਸ ਦਿੱਲੀ ਤੋਂ ਆਇਆ ਸਾਧ ਸੰਗਤ, ਤੇ ਮਹਾਰਾਜ ਨੇ ਅੱਗੋਂ ਵਾਲੀ ਦੀਵਾਨ ਲਾ ਕੇ ਸਵਾਗਤ ਕੀਤਾ, ਪਿਤਾ ਦੇ ਸੀਸ ਨੂੰ ਨਮਸਕਾਰ ਕੀਤੀ ਸੀ। ਅੱਜ ਉਸੇ ਸਥਾਨ ਤੇ ਜਾ ਕੇ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਂਦੇਸ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ। ਮਹਾਰਾਜ ਸੱਚੇ ਪਾਤਸ਼ਾਹ ਉਸ ਸਥਾਨ ਤੇ ਗਏ ਜਿੱਥੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਧੜ ਤੋਂ ਬਿਨਾ ਸੀਸ ਦਾ ਕਦੀ 9 ਵਰਿਆਂ ਦੀ ਉਮਰ 'ਚ ਸੰਸਕਾਰ ਕੀਤਾ ਸੀ। ਉੱਥੇ ਹਜ਼ੂਰ ਪਹੁੰਚੇ ਹਨ। ਹਰੇ ਹੋਏ ਦਰਬਾਰ ਅਗਾਰੀ। ਸੁਰਤ ਕਰਤਾ ਪੁਰਖ ਵਾਹਿਗੁਰੂ ਵਿੱਚ ਜੁੜੀ ਹੋਈ ਆ। ਉਹ ਕੁਰਬਾਨੀਆਂ, ਉਹ ਜਜ਼ਬਾ, ਉਹ ਸੱਚ ਦਾ ਮਾਰਗ, ਉਹ ਧਰਮ ਰੱਖਿਅਕ ਦੀ ਕਮਾਈ ਦਾ ਧਿਆਨ ਧਰਨਾ। ਇਸੇ ਲਈ ਅਸੀਂ ਰੋਜ਼ ਧਿਆਨ ਧਰਦੇ ਹਾਂ ਸਾਧ ਸੰਗਤ। ਸਾਡੇ ਅੰਦਰ ਸਾਡਾ ਮਨੋਬਲ ਉੱਚਾ ਹੁੰਦਾ, ਤੇ ਸਿੰਘਾਂ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਮਹਾਰਾਜ, ਜਿੱਥੋਂ ਇਹ ਮੱਤ ਮਿਲਦੀ ਸੀ। ਤੇਗ ਬਹਾਦਰ ਬੋਲਿਆ, ਧਰ ਪਾਈਐ ਧਰਮ ਨਾ ਛੋਡੀਐ, ਬਾਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਹੇ ਨਾ ਛੋਡੀਐ। ਜਿੱਥੋਂ ਇਹ ਬਲ ਮਿਲਦਾ ਸੀ ਕਿ ਇੱਥੇ ਠੀਕਰਾ ਹੈ ਤੇ ਇਸ ਠੀਕਰੇ ਨੂੰ ਅਸੀਂ ਜ਼ੁਲਮ ਦੇ ਸਿਰ ਤੇ ਭੰਨਾਂਗੇ, ਉਸ ਸਥਾਨ ਤੇ ਧਿਆਨ ਧਰਿਆ। ਠੀਕਰ ਫੁਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਉਹ ਜਿਹੜੀ ਅਡਰੀ ਕਮਾਈ ਸੀ ਨਾ ਜੀ, ਉਹਦਾ ਧਿਆਨ ਧਰਿਆ, ਮਨੋਬਲ ਉੱਚਾ ਹੋਇਆ, ਅਰਦਾਸ ਕੀਤੀ ਮਹਾਰਾਜ ਨੇ। 6 ਪੋਹ ਦੀ ਰਾਤ 1:30 ਪਹਿਰ ਜਦੋਂ ਮਹਾਰਾਜ ਤੁਰੇ ਅਨੰਦਪੁਰ ਸਾਹਿਬ ਤੋਂ, ਤੇ ਪਹਿਲਾਂ ਉਸ ਸਥਾਨ ਤੇ ਜਾ ਕੇ ਗੁਰਦੇਵ ਪਾਤਸ਼ਾਹ ਜੀ, ਵੇਖੋ ਯਕੀਨ ਕਰਨਾ ਸਾਧ ਸੰਗਤ ਜੀ, ਜਦੋਂ ਗੁਰੂ ਦਾ ਧਿਆਨ ਧਰੋਗੇ, ਗੁਰੂ ਕਿਆਂ ਦੀ ਕਮਾਈ ਦਾ ਧਿਆਨ ਧਰੋਗੇ, ਤੁਹਾਡੀ ਸੁਰਤ ਬਲਵਾਨ ਹੋਏਗੀ, ਅੰਦਰ ਤਰੋ ਤਾਜ਼ਗੀ ਆਏਗੀ। ਤੇ ਇਦਾਂ ਜਾਪਦਾ ਜਿਵੇਂ ਉਹਨਾਂ ਦੀ ਯਾਦ ਸਾਡੇ ਪਾਪਾਂ ਨੂੰ ਧੋ ਕੇ ਸਾਡੀ ਰੂਹ ਨੂੰ ਨਿਰਮਲ ਕਰ ਦਿੰਦੀ ਆ। ਇੱਕ ਤਰ੍ਹਾਂ ਦਾ ਨਵਾਂ ਜਨਮ ਹੋ ਜਾਂਦਾ। ਇਹ ਯਾਦ ਵਿੱਚ ਇੰਨੀ ਸ਼ਕਤੀ ਆ। ਮਹਾਰਾਜ ਉਸ ਸਥਾਨ ਤੇ ਖੜੇ ਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਧੜ ਤੋਂ ਬਿਨਾਂ ਜਿੱਥੇ ਸੀਸ ਦਾ ਸੰਸਕਾਰ ਹੋਇਆ, ਸੀਸ ਗੰਜ ਸਾਹਿਬ। ਕਰ ਅਰਦਾਸ ਬੰਦਨਾ ਧਾਰੀ। ਤੋ ਖਰੇ ਹੋਏ ਦਰਬਾਰ ਅਗਾਰੀ, ਕਰ ਅਰਦਾਸ ਬੰਦਨਾ ਧਾਰੀ। ਸੁਰਤ ਵਾਹਿਗੁਰੂ 'ਚ ਜੁੜੀ ਹੋਈ ਆ। ਅਰਦਾਸ ਬੇਨਤੀ ਕੀਤੀ, ਨਮਸਕਾਰ ਕੀਤੀ। ਬਹੁਰੋ ਉੱਚੇ ਕੀਨ ਬਖਾਨ। ਤੇ ਫਿਰ ਉੱਚੀ ਦੇਣੀ ਮੁਖਾਤਬ ਹੋ ਕੇ ਸਿੰਘਾਂ ਦੇ ਦਲ ਨੂੰ ਮਹਾਰਾਜ ਨੇ ਆਖਿਆ। ਇਹ ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਨੂੰ, ਸਿੰਘਾਂ ਨੂੰ ਮੁਖਾਤਬ ਹੋ ਕੇ
ਇਦਾਂ ਕਹੀਏ ਕਿ ਸਰੀਰ ਕਰਕੇ ਆਖਰੀ ਬਚਨ ਸਨ। ਸਭ ਸਿੰਘਾਂ ਨੂੰ ਹਜ਼ੂਰ ਨੇ ਬਚਨ ਕੀਤਾ, ਹੈ ਕੋ ਸਾਧ ਰਹਿ ਇਸ ਥਾਨ, ਹੈ ਕੋਈ ਭਲਾ ਪੁਰਖ ਜਿਹੜਾ ਨੰਦਾਂ ਦੀ ਪੁਰੀ 'ਚ ਰਹਿ ਕੇ ਤੇ ਇਹ ਮੁਕੱਦਸ ਸਥਾਨ ਨੇ, ਜਿਹੜੇ ਪਾਕ ਨਿਰਮਲ ਸਥਾਨ, ਇਹਨਾਂ ਦਾ ਮਾਣ ਸਤਿਕਾਰ ਕਾਇਮ ਰੱਖ ਸਕੇ। ਕੋਈ ਸੇਵਾ ਪੇਸ਼ ਹੁੰਦਾ, ਆਪਣੇ ਆਪ ਨੂੰ ਕਰਦਾ? ਸਭ ਨੂੰ ਪੁੱਛਿਆ ਸਤਿਗੁਰੂ ਜੀ ਨੇ, ਕੋਈ ਨੇਕ ਬੰਦਾ ਜਿਹੜਾ ਇਸ ਸਥਾਨ 'ਚ ਰਹਿ ਕੇ ਸੇਵਾ ਸੰਭਾਲ ਕਰੇ, ਚਾਰੂ ਦੀਪਕ ਨਿਤ ਪ੍ਰਤ ਕਰੈ। ਇਹ ਗੱਲ ਚੇਤੇ 'ਚ ਰੱਖਣਾ ਸਾਧ ਸੰਗਤ ਜੀ, ਬਹੁਤ ਅਹਿਮ ਨੁਕਤਾ ਹੈ। ਜਿਹੜੇ ਬਜ਼ੁਰਗ ਨੇ ਨਾ ਜੀ, ਰੈਵੀਨਿਊ ਸਿਸਟਮ ਪੁਰਾਣੇ ਨੂੰ ਜਾਣਦੇ ਆ, ਉਹਨਾਂ ਨੂੰ ਇਹ ਗੱਲ ਦਾ ਪਤਾ ਹੈ। ਜਿਹੜੇ ਪਿੰਡ ਉੱਜੜ ਜਾਂਦੇ ਸੀ ਨਾ ਜੀ, ਪਿੰਡ ਦੇ ਵਿੱਚ ਨਾਂ ਦਾ ਪਿੰਡ ਰਹਿ ਜਾਂਦਾ ਕਾਗਜ਼ਾਂ 'ਚ, ਪਰ ਵਸਣ ਵਾਲਾ ਕੋਈ ਨਾ ਹੋਵੇ, ਉਹਦੇ ਲਈ ਇੱਕ ਸ਼ਬਦ ਵਰਤਿਆ ਜਾਂਦਾ ਹੈ, ਬੇਚਰਾਗ। ਬਜ਼ੁਰਗਾਂ ਨੂੰ ਪਤਾ, ਨਵੀਂ ਪੀੜ੍ਹੀ ਨੂੰ ਨਹੀਂ ਪਤਾ ਹੋਏਗਾ। ਪੁਰਾਣੀ ਜਿਹੜੀ ਰੈਵੀਨਿਊ ਸ਼ੈਲੀ ਹੈ, ਉਹਦੇ ਅੰਦਰ ਇਹ ਸ਼ਬਦ ਹੁੰਦਾ ਵੀ ਇਹ ਪਿੰਡ ਹੈ ਕਾਗਜ਼ਾਂ 'ਚ, ਪਰ ਇੱਥੇ ਰਹਿੰਦਾ ਕੋਈ, ਵੱਸਦਾ ਕੋਈ ਨਹੀਂ। ਉਹਨੂੰ ਕਹਿੰਦੇ ਬੇਚਰਾਗ। ਇੱਕ ਦੀਵੇ ਦਾ ਜਗਣਾ ਵੀ ਮਤਲਬ ਹੁੰਦਾ। ਹੁਣ ਜਾਨਾ ਹੂਲ ਕੇ ਸਿੰਘ ਹਰਿਮੰਦਰ ਸਾਹਿਬ ਕਿਉਂ ਦੀਵਾ ਜਗਾਉਣ ਜਾਂਦੇ ਸੀ, ਜਾਂ ਅਸੀਂ ਸਤਿਕਾਰ ਵਜੋਂ ਜੋਤ ਕਹਿੰਦੇ ਹਾਂ? ਕਿਉਂਕਿ ਜ਼ਾਲਮ ਕਹਿੰਦਾ ਸੀ ਕਿ ਅਸੀਂ ਅੰਮ੍ਰਿਤਸਰ ਸਾਹਿਬ ਨੂੰ ਉਜਾੜ ਦਿੱਤਾ, ਤੇ ਸਿੰਘ ਕਹਿੰਦੇ ਸੀ ਜ਼ਿੰਦਗੀ ਲਾ ਦਿਆਂਗੇ, ਇੱਥੇ ਦੀਵਾ ਬਲਦਾ ਰੱਖਾਂਗੇ। ਇਹ ਵਸਦੇ ਹੋਣ ਦੀ ਨਿਸ਼ਾਨੀ ਹੈ। ਬੇਚਰਾਗ ਦਾ ਮਤਲਬ ਹੁੰਦਾ ਪਿੰਡ ਦਾ ਉੱਜੜ ਜਾਣਾ। ਤੇ ਮਹਾਰਾਜ ਨੇ ਕਿਹਾ, ਸਿੱਖੋ ਕੋਈ ਪਿਆਰਾ ਜਿਹੜਾ ਇੱਥੇ ਦੀਵਾ ਜਗਦਾ ਰੱਖੇ। ਅਸੀਂ ਕੋਈ ਅੱਗ ਦੇ ਪੁਜਾਰੀ ਨਹੀਂ ਆ ਵੀ ਦੀਵੇ ਜਗਾ ਕੇ ਉਹਨੂੰ ਮੱਥੇ ਟੇਕਣੇ। ਉਹ ਤੇ ਮਾਨਸਿਕਤਾ ਕਈ ਵਾਰੀ ਇਦਾਂ ਦੀ ਬਣ ਜਾਂਦੀ ਹੈ ਨਾ, ਸਾਨੂੰ ਤੱਤ ਦਾ ਪਤਾ ਹੀ ਨਹੀਂ ਰਹਿੰਦਾ ਕਈ ਵਾਰੀ। ਪੁਜਾਰੀ ਅਸੀਂ ਅਕਾਲ ਦੇ ਹਾਂ, ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ। ਅੱਗ ਮੱਥਾ ਟੇਕਣ ਵਾਸਤੇ ਨਹੀਂ, ਪਰ ਇੱਕ ਸੂਚਕ ਹੈ ਸਾਧ ਸੰਗਤ। ਇਹ ਨਗਾਰਾ, ਇਹ ਰਣ ਸਿੰਘੇ, ਇਹ ਜਗਦੇ ਹੋਇਆਂ ਜੋਤਾਂ ਦੀਵੇ, ਇਹ ਇੱਕ ਸੂਚਕ ਨੇ। ਸੇਧ ਅਸੀਂ ਸ਼ਬਦ ਤੋਂ ਲੈਂਦੇ ਹਾਂ, ਵਸਦੇ ਹੋਣ ਦੀ ਨਿਸ਼ਾਨੀ। ਬਾਰੇ ਕਹਿੰਦੇ ਦੀਵਾ ਨਹੀਂ ਬੁੱਝਣਾ ਚਾਹੀਦਾ ਅਨੰਦਪੁਰ ਸਾਹਿਬ 'ਚ। ਤੇ ਕੌਣ ਸਿੱਖ ਹੈ ਜਿਹੜਾ ਆਪਣੇ ਆਪ ਨੂੰ ਪੇਸ਼ ਕਰੇਗਾ? ਸ੍ਰੀ ਗੁਰਦੇਵ ਸੇਵ ਹਿਤ ਧਰੈ, ਜਿਹੜਾ ਗੁਰੂ ਸਾਹਿਬ ਦੇ ਸਥਾਨ ਤੇ ਆਨੰਦਾਂ ਦੀ ਪੁਰੀ 'ਚ, ਗੁਰੂ ਕੀ ਵਸਾਈ ਨਗਰੀ 'ਚ ਸੇਵ ਸੰਭਾਲ ਕਰੇ। ਤੀਨ ਬਾਰ ਗੁਰ ਬਚਨ ਉਚਾਰਾ, ਜਦੋਂ ਗੁਰੂ ਸਾਹਿਬ ਜੀ ਨੇ ਬਚਨ ਕਿਹਾ, ਨਹਿ ਕੋ ਬੋਲਿਓ ਡਰ ਉਰ ਧਾਰਾ, ਪਹਿਲਾਂ ਤੇ ਕੁਝ ਦੇਰ ਚੁੱਪ ਵਰਤੀ ਰਹੀ। ਅਚਰਜ ਸੁਵਾਂਗ ਵਿਸਾਲ ਅਰੰਭੇ। ਸਾਧ ਸੰਗਤ, ਇਹ ਵੀ ਗੁਰੂ ਕਾ ਕੌਤਕ ਸੀ। ਤੇ ਫਿਰ ਬੜੇ ਧੀਰਜ ਦੇ ਨਾਲ ਇੱਕ ਸਿੱਖ ਬੋਲਿਆ, ਰਹੀ ਨ ਧੀਰਜ ਭਈ ਅਚੰਬੇ। ਬੜੀ ਅਚਰਜ ਜੀ ਚੁੱਪ ਛਾਈ ਹੋਈ ਸੀ ਉਸ ਵਕਤ। ਇੱਕ ਵਾਰੀ ਸਨਾਟਾ ਛਾਇਆ ਹੋਇਆ ਸੀ। ਇੱਕ ਗੁਰ ਬਖਸ਼ ਸਾਧ ਟਿਕ ਖਰਿਓ, ਇੱਕ ਭਾਈ ਗੁਰਬਖਸ਼ ਜੀ ਸਾਧੂ, ਗੁਰੂ ਨਾਨਕ ਦੇ ਘਰ ਦੇ ਪ੍ਰੀਤਵਾਨ, ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਖੜੇ ਹੋਏ। ਕਹਿਣ ਲੱਗੇ, ਮਹਾਰਾਜ ਇਹ ਸੇਵਾ ਮੇਰੀ ਝੋਲੀ ਵਿੱਚ ਪਾਵੋ, ਮੈਂ ਤੁਹਾਡੇ ਹੁਕਮ ਦੀ ਕਾਰ ਕਮਾਵਾਂਗਾ। ਮਹਾਰਾਜ, ਜਦੋਂ ਅਸੀਂ ਪੈਰਲਰ ਦੂਜੇ ਇਤਿਹਾਸਕਾਰਾਂ ਨੂੰ ਪੜ੍ਹਦੇ ਹਾਂ ਨਾ ਸਾਧ ਸੰਗਤ ਜੀ, ਤੇ ਹੋਰ ਵੀ ਬਹੁਤ ਸਾਰੇ ਤੱਥ ਸਾਹਮਣੇ ਆਉਂਦੇ ਆ। ਕਹਿੰਦੇ ਆ ਵੀ ਭਾਈ ਗੁਰਬਖਸ਼ ਜੀ ਨੇ ਕਿਹਾ ਸੀ, ਸਤਿਗੁਰੂ ਜੀ ਸੇਵਾ ਤੇ ਮੈਂ ਕਰਾਂਗਾ, ਪਰ ਮੇਰੀ ਇੱਕ ਅਰਜ਼ ਹੈ ਕਿ ਜੇ ਤੁਸੀਂ ਚੱਲੇ ਹੋ ਆਨੰਦਾਂ ਦੀ ਪੁਰੀ ਵਿੱਚ, ਮੈਂ ਜੀਵਾਂਗਾ ਕਿਵੇਂ? ਮੈਂ ਹੁਕਮ ਵਿੱਚ ਬੱਝਾ ਹਾਂ। ਮੈਨੂੰ ਇਹ ਕਸ਼ਟ ਨਹੀਂ ਹੋਏਗਾ ਕਿ ਆ ਕੇ ਹਾਕਮ ਮੇਰੇ ਨਾਲ ਕੀ ਕਰਨਗੇ, ਉਹਨਾਂ ਦਾ ਵਿਹਾਰ ਕੀ ਹੋਏਗਾ, ਮੇਰੇ ਪਿੰਡੇ ਉੱਤੇ ਮੈਨੂੰ ਕੀ ਕੀ ਸਹਿਣਾ ਪਵੇਗਾ। ਮੈਨੂੰ ਇਸ ਗੱਲ ਦੀ ਪੀੜਾ ਨਹੀਂ ਹੈ, ਦਰਦ ਨਹੀਂ ਹੈ। ਪਰ ਸੱਚੇ ਪਾਤਸ਼ਾਹ ਜੀ, ਜੇ ਤੁਸੀਂ ਚੱਲੇ ਹੋ, ਰੂਹ ਚਲੀ ਗਈ, ਤੇ ਇਹ ਬੁੱਤ ਕੀ ਕਰੇਗਾ? ਆਨੰਦਾਂ ਦੀ ਪੁਰੀ 'ਚ ਮੈਂ ਰਵਾਂਗਾ ਕਿਵੇਂ? ਤੇ ਸੱਚੇ ਸਾਹਿਬ ਜੀ ਨੇ ਬਚਨ ਕਿਹਾ ਸੀ, ਕਹਿੰਦੇ ਭਾਈ ਗੁਰਬਖਸ਼ ਜੀ, ਜਦੋਂ ਤੁਸੀਂ ਕਰਤਾ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਜੂਣਾ ਸਿੱਖੋਗੇ ਤੇ ਪੜ੍ਹਿਆ ਕਰੋਗੇ ਨਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਦੋਂ ਤੁਸੀਂ ਧਿਆਨ ਧਰ ਕੇ ਸੁਰਤ ਉੱਚੀ ਕਰਕੇ ਰੋਜ਼ ਪੜ੍ਹਿਆ ਕਰੋਗੇ ਨਾ ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਜਦੋਂ ਤੁਸੀਂ ਸੰਪੰਨ ਕਰੋਗੇ ਨਾ, ਦੁਕਾਲੰਗ ਪ੍ਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ। ਜਦੋਂ ਤੁਸੀਂ ਹਾਜ਼ਰ ਨਾਜ਼ਰ ਜਾਣ ਕੇ ਕਿਆ ਕਰੋਗੇ ਨਾ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਜਦੋਂ ਤੁਸੀਂ ਵਿਰਾਗੀ ਮਨ ਨਾਲ ਪ੍ਰੇਮ 'ਚ ਭਿੱਜ ਕੇ ਕਿਆ ਕਰੋਗੇ, ਸਾਚ ਕਹੋ ਸੁਣ ਲਿਹੋ ਸਭੈ,
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਮਹਾਰਾਜ ਕਹਿੰਦੇ ਤੁਸੀਂ ਉਦਾਸ ਨਹੀਂ ਹੋਇਆ ਕਰੋਗੇ, ਫਿਰ ਆਪ ਮੁਹਾਰੇ ਹਿਰਦਾ ਖਿੜੇਗਾ ਤੇ ਤੁਹਾਡੇ ਅੰਦਰੋਂ ਨਿਕਲੇਗਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਤਲਬ ਬਾਣੀ ਦੀ ਟੇਕ ਤੱਕੋਗੇ ਤੇ ਕਦੀ ਵੀ ਉਦਾਸ ਨਹੀਂ ਹੋਵੋਗੇ। ਤੇ ਇਹ ਬਚਨ ਕੱਲੇ ਭਾਈ ਗੁਰਬਖਸ਼ ਜੀ ਵਾਸਤੇ ਨਹੀਂ, ਸਾਡੇ ਸਾਰਿਆਂ ਵਾਸਤੇ। ਸਾਧ ਸੰਗਤ ਜਿਨ੍ਹਾਂ ਕੋਲ ਬਾਣੀ ਹੈ ਉਹਨਾਂ ਕੋਲ ਖੇੜਾ ਹੈ, ਤਰੋ ਤਾਜ਼ਗੀ ਹੈ। ਇਹ ਅਰਦਾਸ ਕਰੀਏ ਮਹਾਰਾਜ ਜੀ ਨਿਤਨੇਮ ਨਾ ਛੁੱਟੇ। ਇਹ ਜ਼ਰੂਰ ਜੋਦਰੀ ਮੇਰੇ ਲਈ ਵੀ ਬੇਨਤੀ ਕਰਿਓ। ਸਾਰੇ ਸਿੱਖਾਂ ਦੀ ਝੋਲੀ 'ਚ ਸੱਚੇ ਪਾਤਸ਼ਾਹ ਜੀ ਤੁਸੀਂ ਤਰਸ ਕਰਕੇ ਸਿਰ ਤੇ ਹੱਥ ਰੱਖ ਕੇ ਇੰਨਾ ਉਦਮ ਦਿਓ, ਤੰਦਰੁਸਤੀ ਦਿਓ, ਬਲ ਦਿਓ, ਨਿਤਨੇਮ ਨਾ ਛੁੱਟੇ। ਤੇ ਇੰਨੇ ਅਮੀਰ ਵੀ ਨਾ ਬਣਾ ਦਿਓ ਵੀ ਅਸੀਂ ਕਹੀਏ ਵੀ ਨਿਤਨੇਮ ਲਈ ਸਮਾਂ ਹੀ ਨਹੀਂ ਹੈ ਸਾਡੇ। ਇੰਨੀ ਵੀ ਨਾ ਬੁੱਧ ਮਾਰੀ ਜਾਏ ਮਹਾਰਾਜ, ਮਾਇਆ ਧਾਰੀ ਆ ਤਾਂ ਅੰਨਾ ਬੋਲਾ ਵੀ ਨਾ ਹੋ ਜੀ। ਉੱਥੇ ਜੇ ਰੱਖਿਓ ਵੀ ਤੇਰੇ ਚਰਨਾਂ ਦੀ ਟੇਕ ਬਣੀ ਰਹੇ ਪਾਤਸ਼ਾਹ। ਫਿਰ ਨਹੀਂ ਸਿੱਖ ਉਦਾਸ ਹੁੰਦਾ, ਫਿਰ ਨਹੀਂ ਸਿੱਖ ਮਾਯੂਸ ਹੁੰਦਾ। ਭਾਈ ਗੁਰਬਖਸ਼ ਜੀ ਨੇ ਇਹ ਸੇਵਾ ਝੋਲੀ ਚ ਪਵਾਈ। ਤੇ ਸਾਹਿਬ ਲੋਕਤ ਵਾਕ ਉਚਰਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਬਖਸ਼ ਜੀ ਨੂੰ ਇਹ ਬਚਨ ਕਿਹਾ, ਬਸ ਹੋ ਇਹ ਹਾਂ ਤੁਮ ਸੇਵਾ ਕਰੋ। ਮਹਾਰਾਜ ਕਹਿੰਦੇ ਤੁਸੀਂ ਇੱਥੇ ਰਹਿਣਾ, ਇੱਥੇ ਸੇਵਾ ਕਰਨੀ। ਆਨੰਦਪੁਰ ਸਾਹਿਬ ਬੇਚਿਰਾਗ ਨਹੀਂ ਹੋਣਾ ਚਾਹੀਦਾ, ਇੱਥੇ ਚਿਰਾਗ ਜਗਦਾ ਰਹੇਗਾ। ਇਹਨੂੰ ਇਹ ਨਹੀਂ ਕੋਈ ਕਹੇਗਾ ਵੀ ਉੱਜੜ ਗਿਆ ਸੀ ਆਨੰਦਪੁਰ ਸਾਹਿਬ। ਇੱਥੇ ਦੀਵੇ ਜਗਦਾ ਹੋਣ ਦਾ ਮਤਲਬ ਹੈ ਕਿ ਭਾਈ ਚਾਨਣ ਪਸਰਿਆ ਹੋਇਆ ਹੈ, ਵਾਰਸ ਬੈਠੇ ਆ, ਸੇਵਾ ਕਮਾਉਣ ਵਾਲੇ ਬੈਠੇ ਆ। ਸ਼ਾਇਦ ਸਾਧ ਸੰਗਤ ਇਹੀ ਕਾਰਨ ਸੀ ਵੀ ਜਦੋਂ ਸਿੱਖ ਰਿਆਸਤਾਂ ਤੋਂ ਪਹਿਲਾਂ ਦਾ ਸਮਾਂ ਅਸੀਂ ਵੇਖਦੇ ਹਾਂ, ਉਹਦੇ ਤੋਂ ਵੀ ਪਿੱਛੇ ਜਦੋਂ ਅਸੀਂ ਸਿੱਖ ਮਿਸਲਾਂ ਦਾ ਸਮਾਂ ਜਾਂ ਉਸ ਤੋਂ ਵੀ ਪਿੱਛੇ ਸਿੱਖਾਂ ਦਾ ਜੰਗਲਾਂ ਵਿੱਚ ਰਹਿਣਾ, ਬੇਲਿਆਂ 'ਚ, ਝੱਲਾਂ ਵਿੱਚ, ਬੀਕਾਨੇਰ, ਕਾਨੋਵਾਨ, ਸਿਰ ਛਪਾਉਣ ਲਈ ਜਗ੍ਹਾ ਨਾ ਮਿਲਣੀ, ਤੇ ਉਹ ਕਿਸੇ ਵੇਲੇ ਦੀ ਝੋਲੀ 'ਚ ਪਈ ਹੋਈ ਸੇਵਾ ਉਦਾਸੀ ਸਾਧੂਆਂ ਨੇ ਬੜੀ ਤਨਦੇਹੀ ਨਾਲ ਨਿਭਾਈ। ਠੀਕ ਹੈ, ਵਕਤ ਆਇਆ, ਕੁਝ ਲੋਕਾਂ ਦੀ ਜ਼ਿੰਦਗੀ 'ਚ ਨਿਘਾਰ ਵੀ ਆਇਆ, ਮਹੰਤਾਦਿਕ ਜਨਿਆਂ ਦੀ ਬੁੱਧੀ ਜਿਹੜੀ ਸੀ ਉਹ ਭ੍ਰਿਸ਼ਟ ਹੋ ਗਈ ਪੂਜਾ ਦਾ ਧਾਨ ਖਾ ਕੇ। ਪਰ ਇੱਕ ਲੰਬਾ ਸਮਾਂ ਕੌਮ ਦਾ ਇੱਕ ਅੰਗ ਸੀ ਨਿਰਮਲੇ ਉਦਾਸੀ ਸਾਧੂ, ਉਹਨਾਂ ਨੇ ਬੜੀ ਸੁਜੱਗ ਤਰੀਕੇ ਨਾਲ ਸੇਵਾ ਨਿਭਾਈ। ਸਾਧ ਮਹਾਰਾਜ ਨੇ ਹੁਕਮ ਕੀਤਾ ਭਾਈ ਵੀ ਬਸੋ ਇਹਾਂ ਤੁਮ ਸੇਵ ਕਰੋ, ਸੇਵਾ ਕਰੋ। ਪਿਆ ਸੇਵਾ ਤੁਹਾਡੀ ਝੋਲੀ 'ਚ ਭਾਈ ਗੁਰਬਖਸ਼ ਜੀ ਪਾਉਂਦੇ ਹਾਂ। ਕਰ ਸੇਵਾ ਨਿਜ ਜਨਮ ਸੁਧਰੋ। ਆਪਣਾ ਜਨਮ ਸੁਧਾਰੋ, ਜੀਵਨ ਸਫਲ ਕਰੋ, ਅਮਰ ਪਦਵੀ ਪਾਵੋ। ਮਹਾਦੇਵ ਤਿਸ ਕਾ ਗੁਰ ਬੋਲਾ। ਉੱਥੇ ਨਾਲ ਉਹਨਾਂ ਦੇ ਉਸਤਾਦ ਸਨ, ਜਿਨ੍ਹਾਂ ਦੀ ਮੰਡਲੀ 'ਚ ਰਹਿੰਦੇ ਸੀ, ਜਿਨ੍ਹਾਂ ਦੇ ਨਾਲ, ਜਿਨ੍ਹਾਂ ਦੇ ਝੁੰਡ 'ਚ ਰਹਿੰਦੇ ਸੀ ਭਾਈ ਗੁਰਬਖਸ਼। ਉਹਨੇ ਕਿਹਾ ਠੀਕ ਹੈ, ਕਹਿੰਦੇ ਮਹਾਰਾਜ ਜੀ ਅਸੀਂ ਸਾਰੇ ਰਹਿ ਲਵਾਂਗੇ, ਪਰ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ। ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਟੇਕ ਰੱਖਣੀ ਕਰਤਾ ਪੁਰਖ ਵਾਹਿਗੁਰੂ ਜੀ ਉੱਤੇ, ਟੋਟਾ ਨਹੀਂ ਆਏਗਾ, ਟੋਟਾ ਨਹੀਂ ਆਏਗਾ। ਇਹ ਅਰਜ਼ ਉਸ ਵਕਤ ਮਹਾਦੇਵ ਉਹਨਾਂ ਦੀ ਮੰਡਲੀ ਦੇ ਨਾਲ ਸਨ, ਉਹਨਾਂ ਨੇ ਇਹ ਅਰਜ਼ ਕੀਤੀ ਸੀ। ਖਾਏ ਕਹਾਂ ਤੇ ਰਹਿ ਅਡੋਲਾ। ਕਹਿੰਦੇ ਠੀਕ ਹੈ ਰਹਿ ਲਵਾਂਗੇ, ਅਸੀਂ ਵੀ ਰਹਿ ਲਵਾਂਗੇ, ਪਰ ਭੋਜਨ ਛਕਣ ਵਾਸਤੇ, ਜ਼ਿੰਦਗੀ ਜਿਉਣ ਵਾਸਤੇ ਕੋਈ ਆਹਾਰ ਚਾਹੀਦਾ ਹੈ। ਮਹਾ ਕੋ ਮਤ ਤਰ ਨੀਚ ਪਹਾਰੀ। ਇਹ ਪਹਾੜੀਏ ਮੰਨਦੇ ਨੇ, ਇਹ ਸਾਡੇ ਨਾਲ ਦਵੈਕ ਕਰਨਗੇ ਜਾਂ ਭਾਈ ਗੁਰਬਖਸ਼ ਜੀ ਨੂੰ ਇਹ ਤੇ ਨਹੀਂ ਜੂਣ ਦੇਣਗੇ, ਖਾਣ ਨੂੰ ਕਿੱਥੋਂ ਦੇਣਗੇ, ਕਸ਼ਟ ਦੇਣਗੇ, ਦੁੱਖ ਦੇਣਗੇ। ਤੇ ਸੱਚੇ ਪਾਤਸ਼ਾਹ ਜੀ ਜਿਹੜੀ ਬੇਨਤੀ ਵੀ ਮਹਾਰਾਜ ਇੱਕ ਵਿਯੋਗ ਵਿਛੋੜੇ ਦਾ ਦੁੱਖ, ਇੱਕ ਵਿਛੋੜਾ, ਇੱਕ ਦੁੱਖ ਭੁੱਖ, ਆਪਾਂ ਪੜ੍ਹਨ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇਹ ਡਾਢੇ ਦੁੱਖ ਨੇ ਜੀ। ਤੋ ਇਹਨਾਂ ਦਾ ਕੀ ਹੱਲ ਹੋਵੇਗਾ? ਕਰਹਿ ਬੈਰ ਪਛਾਤ ਤੁਮਾਰੀ। ਪਹਾੜੀਏ ਜ਼ਰੂਰ ਵੈਰ ਕਰਨਗੇ ਜੀ ਤੁਹਾਡੇ ਪਿੱਛੋਂ, ਈਰਖਾ ਘਿਰਣਾ ਕਰਨਗੇ। ਭੋਜਨ ਚਾਹੀਏ ਨਿਤ ਪ੍ਰਤ ਖਾਨੇ। ਜਿਹੜੀਆਂ ਜ਼ਿੰਦਗੀ ਦੀਆਂ ਲੋੜਾਂ ਸੀ ਜਾਂ ਜਿਹੜੀਆਂ ਚੁਣੌਤੀਆਂ ਸੀ ਉਹਨਾਂ ਦਾ ਜ਼ਿਕਰ ਮਹਾਦੇਵ ਨੇ ਕੀਤਾ। ਤੁਮ ਬਿਨ ਹਮਕੋ ਕੋ ਨਾ ਜਾਣੇ। ਇਹ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾ ਸਾਡਾ ਕਿਹੜਾ ਸਹਾਰਾ ਹੈ? ਤੁਮ ਬਿਨ ਹਮਕੋ ਕੋ ਨਾ ਜਾਣੇ। ਧਰਮ ਅਰਥ ਕਾਮ ਮੋਕਸ਼ ਦੇ ਦਾਤੇ ਤੁਸੀਂ ਹੋ। ਭਾਵੇਂ ਉਹ ਸੰਸਾਰ ਦੀਆਂ ਲੋੜਾਂ ਨੇ, ਭਾਵੇਂ ਆਤਮਿਕ ਭੁੱਖ ਹੈ,
ਤੁਹਾਡੇ ਤੋਂ ਬਿਨਾ ਸਾਡਾ ਕੌਣ ਸਹਾਈ ਹੈ। ਕਹਿ ਕਹਾਂ ਰਾਵਰ ਸਭ ਜਾਣੇ। ਇਹ ਸੱਚੇ ਪਾਤਸ਼ਾਹ ਜੀ ਅਸੀਂ ਕਿਵੇਂ ਬਿਆਨ ਕਰੀਏ, ਉਹ ਸਾਡੀ ਆਤਮਾ ਦੀ ਜਿਹੜੀ ਭੁੱਖ ਹੈ ਉਹਨੂੰ ਤੁਸੀਂ ਜਾਣਦੇ ਹੋ। ਸੇਵਹਿ ਨਿਤ ਕਰ ਦੇਹੋ ਠਿਕਾਨੇ। ਇਹ ਸੱਚੇ ਪਾਤਸ਼ਾਹ ਜੀ ਅਸੀਂ ਇੱਥੇ ਸੇਵ ਕਮਾਵਾਂਗੇ, ਇੱਥੇ ਟਿਕਾਣਾ ਕਰਾਂਗੇ, ਪਰ ਜੋ ਸਾਡੀ ਵੇਦਨਾ ਹੈ ਉਹਨੂੰ ਤੁਸੀਂ ਸਮਝਦੇ ਹੋ। ਸੁਨ ਸ਼੍ਰੀ ਮੁਖ ਤੇ ਤਿਸ ਹੈ ਉਚਾਰਾ। ਸੱਚੇ ਪਾਤਸ਼ਾਹ ਧੰਨ ਕਲਗੀਧਰ ਪਿਤਾ ਜੀ ਨੇ ਸਿਰ ਤੇ ਹੱਥ ਰੱਖਿਆ, ਧੀਰਜ ਦਿੱਤਾ। ਵੇਖੋ ਜਦੋਂ ਸਾਹਿਬ ਦਾ ਹੱਥ ਸਿਰ ਤੇ ਹੋਵੇ ਫਿਰ ਜਿਉਂ ਮੰਦਰ ਕੋ ਥਾਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ। ਗੁਰੂ ਦੇ ਬਚਨਾਂ 'ਚ ਇੰਨੀ ਸੱਤਿਆ ਉਹ ਡੋਲਣ ਨਹੀਂ ਦਿੰਦਾ। ਇਹੀ ਅਸੀਂ ਅਰਜ਼ ਕਰਦੇ ਹਾਂ ਸਾਰੇ ਵੀ ਹੇ ਪਾਤਸ਼ਾਹ ਸਾਡੇ ਸਿਰ ਤੇ ਵੀ ਹੱਥ ਰੱਖਿਓ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। तो महाराज जी ने बख्शिश भरे बचन कहे, एहो साचो है गुर दरबारा। महाराज कहन लगे गुरु नानक दा घर है, इत्थे तन ते मन जिस तुसी टेक रख के बैठोगे ना शब्द ते बाणी दी, दाता जी कहंदे तन ते मन दोनों ही खिड़े रहणगे। ना तन कमज़ोर पवेगा निर्बल होवेगा भुख विच मुक्केगा, ना मन ही कदी कमज़ोर पवेगा। ये सच्चे सतगुरु जी का दर है। अन्न भरी गाडी एह खरी, महाराज कहते इत्थे अन्न का कदी टोटा नहीं आवेगा। सो संभार रखो लेहो धरी, सांभण वाले बनो तुसी। गड्डियां भरियां होणगियां तुसी संभाल करनी। संध्या समय सदा गुर दर्शन। हाँ महाराज कहन लगे बाणी पढ़ियो, नाम जपियो, सुरत जोड़ के रखियो नेम विच। ਤੇ ਤੁਸੀਂ ਜਦੋਂ ਵੀ ਸ਼ਾਮ ਨੂੰ ਬੈਠੋਗੇ ਨਾ ਜੀ ਇਕਾਗਰਤਾ ਵਿੱਚ ਧਿਆਨ ਵਿੱਚ, ਤੇ ਇਹ ਨਾ ਸੋਚਣਾ ਵੀ ਅਸੀਂ ਇਕੱਲੇ ਆ। ਹਰ ਰੋਜ਼ ਅਸੀਂ ਤੁਹਾਡੇ ਨਾਲ ਹੋਵਾਂਗੇ। ਹਰ ਰੋਜ਼ ਤੁਸੀਂ ਦਰਸ਼ਨਾਂ ਵਿੱਚ ਲੀਨ ਹੋਵੋਗੇ। ਵਰਤਹਿ ਵਿੱਚ ਦੀਵਾਨ ਕੇ ਪਰਸਨ, ਉਹੀ ਦੀਵਾਨ ਦਾ ਆਨੰਦ ਜਿਹੜਾ ਰੋਜ਼ ਆਨੰਦਾਂ ਦੀ ਪੂਰੀ ਚ ਆਉਂਦਾ ਨਾ, ਉਹੀ ਦੀਵਾਨ ਦਾ ਆਨੰਦ ਰੋਜ਼ ਵਰਤਿਆ ਕਰੇਗਾ। ਕਿਸ ਪ੍ਰਕਾਰ ਹੋਵੇ ਕਮੀ ਨਾ ਕਾਈ, ਕਿਸੇ ਪ੍ਰਕਾਰ ਦਾ ਟੋਟਾ ਆਨੰਦਾਂ ਦੀ ਪੁਰੀ ਵਿੱਚ ਇਹ ਮਤ ਸੋਚਣਾ ਵੀ ਸਰੀਰ ਕਰਕੇ ਸਤਿਗੁਰ ਜੀ ਚੱਲੇ ਨੇ ਤੇ ਆਨੰਦਾਂ ਦੀ ਪੁਰੀ ਚੋਂ ਬਰਕਤਾਂ ਮੁੱਕ ਚੱਲੀਆਂ ਨੇ। ਇਸੇ ਲਈ ਤੇ ਇੱਥੇ ਦੀਵਾ ਜਗਦਾ ਰੱਖਿਆ, ਕਿਸੇ ਪ੍ਰਕਾਰ ਦਾ ਟੋਟਾ ਨਹੀਂ ਆਵੇਗਾ। ਨਿਸ ਦਿਨ ਹਮ ਤੁਮ ਹੋਹੀ ਸਹਾਈ, ਨਿਸ ਦਿਨ ਹਰ ਵੇਲੇ ਅਸੀਂ ਤੁਹਾਡੇ ਨਾਲ ਹਾਂ। ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਨਿਸ ਦਿਨ ਹਮ ਤੁਮ ਹੋਹੇ ਸਹਾਈ, ਨਿਤ ਅਸੀਂ ਤੁਹਾਡੇ ਨਾਲ ਹਾਂ। ਨਹਿ ਕਿਮ ਗਮੀ ਕਰਹੁ ਮਨ ਮਾਹੀ। ਸਤਿਗੁਰੂ ਜੀ ਕਹਿੰਦੇ ਵੀ ਢੈਂਦੀ ਕਲਾ 'ਚ ਨਹੀਂ ਜਾਣਾ, ਉਦਾਸੀ 'ਚ ਨਹੀਂ ਜਾਣਾ, ਇਹ ਇਕੱਲੇ ਨਹੀਂ ਸਮਝਣਾ ਆਪਣੇ ਆਪ ਨੂੰ। ਕਦੀ ਵੀ ਚਿੱਤ ਵਿੱਚ ਗਮੀ ਨਹੀਂ ਲਿਆਉਣੀ। ਇਸ ਥਲ ਕਮੀ ਹੋਏ ਕਿਮ ਮਾਹੀ, ਕਦੀ ਵੀ ਇਸ ਥਲ ਉੱਤੇ ਟੋਟਾ ਨਹੀਂ ਆਏਗਾ। ਕਦੀ ਸਦਾ ਲਈ ਬਰਕਤਾਂ ਪਾਈਆਂ ਜੀ ਆਨੰਦਾਂ ਦੀ ਪੁਰੀ 'ਚ ਮਹਾਰਾਜ ਨੇ, ਸਦਾ ਲਈ ਰਹਿਮਤਾਂ ਨਾਲ ਨਿਵਾਜਿਆ। ਇਹੀ ਕਾਰਨ ਹੈ ਜਿਹੜੇ ਉਜਾੜਨ ਵਾਲੇ ਸੀ ਉਹ ਉੱਜੜ ਗਏ, ਪਰ ਗੁਰੂ ਕੇ ਨਿਸ਼ਾਨ ਸਦਾ ਚਲਦੇ ਰਹਿਣਗੇ। ਮਹਾਰਾਜ ਕਹਿੰਦੇ ਇੱਥੇ ਨਹਿ ਇਸ ਥਲ ਕਮੀ ਹੋਏ ਕਿਮ ਨਾਹੀ, ਕਦੀ ਵੀ ਟੋਟਾ ਨਹੀਂ ਆਵੇਗਾ। ਇਤਿਆਦਿਕ ਕਹਿ ਧੀਰਜ ਦੀਨੀ, ਇਦਾਂ ਸਤਿਗੁਰੂ ਜੀ ਨੇ ਧੀਰਜ ਭਰੇ ਬਚਨ ਕਹੇ। ਤਬ ਤਿਨ ਸੁਨ ਪਦ ਬੰਧਨ ਕੀਨੀ, ਇਹ ਗੁਰਸਿੱਖ ਭਾਈ ਗੁਰਬਖਸ਼ ਜੀ ਨੇ ਮਹਾਦੇਵ ਜੀ ਨੇ ਨਾ ਸੁਣ ਕੇ ਪੱਗ ਬੰਧਨ ਕੀਨੀ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਰਹਿਓ ਧੀਰ ਤਰ ਗੁਰ ਵਚ ਮਾਨੇ, ਫਿਰ ਨਹੀਂ ਧੀਰਜ ਡੋਲਿਆ। ਗੁਰੂ ਕੇ ਬਚਨਾਂ ਤੇ ਭਰੋਸਾ ਆਇਆ, ਗੁਰੂ ਦੇ ਬਚਨ ਮੰਨੇ ਤੇ ਧੀਰਜ ਵੱਜ ਗਿਆ, ਹੌਸਲਾ ਅਟਲ ਹੋ ਗਿਆ। ਪ੍ਰਭੂ ਪ੍ਰਕਰਮਾ ਕਰਤ ਪਿਆਨੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੀਸਗੰਜ ਸਾਹਿਬ ਦੀਆਂ ਪ੍ਰਕਰਮਾਂ ਕੀਤੀਆਂ ਤੇ ਫਿਰ ਚਾਲੇ ਪਾ ਦਿੱਤੇ ਆਨੰਦਾਂ ਦੀ ਪੁਰੀ ਚੋਂ। 6 ਪੋਹ ਦੀ ਰਾਤ ਨੂੰ ਸਤਿਗੁਰੂ ਜੀ ਕਾਫਲੇ ਨਾਲ ਤੁਰਦੇ ਆ। ਇਸ ਤੋਂ ਅਗਲਾ ਬਿਰਤਾਂਤ ਕੱਲ੍ਹ ਨੂੰ ਹਜ਼ੂਰ ਆਪਣੀ ਪਵਿੱਤਰ ਹਜ਼ੂਰੀ 'ਚ ਬਿਠਾ ਕੇ ਸੋਝੀ 'ਚ ਪਾਉਣ। ਭੁੱਲਾਂ ਬਖਸ਼ੋ, ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਹੇ ਪੂਰਨ, ਹੇ ਸਰਬ ਮਹਿ,
हे संगी हे निरंकार, हे गोविंद हे गुण निधान, हे अपरंपर हर हरे, हे संतां कै सदा संग, हे ठाकुर हौं दासरो, नानक दीजै नाम दान, आए प्रभ शरणागति, एक अखर हर मन बस्त, एक अखर हर मन बस्त, डोलन ते राखो प्रभु, डोलन ते राखो प्रभु, नानक दे कर हथ, नानक दे कर हथ, नानक दे कर हथ, नानक दे कर हथ, डंडौत बंदन अनक बार, डंडौत बंदन अनक बार, सर्ब कला समरथ, सर्ब कला समरथ, सर्ब डोलन ते राखो प्रभु, डोलन ते राखो प्रभु।